ਜੈ ਮਸੀਹ ਪਿਆਰੇ ਭਰਾਵੋ, ਗॉड ਬਲੈਸ ਯੂ। ਪਰਮੇਸ਼ਰ ਅੱਜ ਤੁਹਾਨੂੰ ਸਭ ਨੂੰ ਬਹੁਤ 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 ਬਰਕਤ ਦੇਵੇ। ਪਰਮੇਸ਼ਰ ਦਾ ਸ਼ੁਕਰ ਕਰਦੇ ਹੈਗੇ ਆ ਅੱਜ ਦੇ ਖਾਸ ਦਿਨ ਦੇ ਲਈ, ਪਰਮੇਸ਼ਰ ਦੇ ਦਿਨ ਦੇ ਲਈ। ਤੇ ਉਹ ਤੋਂ ਪਹਿਲਾਂ ਕਿ ਆਪਾਂ ਪਰਮੇਸ਼ਰ ਦੇ ਵਚਨ ਦੇ ਵਿੱਚ ਜਾਈਏ, ਮੈਂ ਪਰਮੇਸ਼ਰ ਦਾ ਧੰਨਵਾਦ ਕਰਨਾ ਚਾਹੁੰਦਾ ਹੈਗਾ ਆ ਕਿ ਆਪਣੀ ਜਿਹੜੀ ਫਰਾਈਡੇਜ਼ ਮੀਟਿੰਗਾਂ ਹੈਗੀਆਂ ਨੇ ਬੜੀਆਂ ਧਮਾਕੇ ਵਾਲੀਆਂ ਹੋ ਰਹੀਆਂ ਨੇ ਤੇ ਪਰਮੇਸ਼ਰ ਦਾ ਰੂਹ ਬਹੁਤ ਨਵੇਂ ਲੋਕਾਂ ਨੂੰ ਲੈ ਕੇ ਆ ਰਿਹਾ ਹੈ ਤੇ ਨਾਲੇ ਪਰਮੇਸ਼ਰ ਦਾ ਰੂਹ ਕਾਫੀ ਲੋਕਾਂ ਨੂੰ ਛੂ ਰਿਹਾ ਹੈ ਤੇ ਪਰਮੇਸ਼ਰ ਦੀ ਹਜ਼ੂਰੀ ਉਹਦਾ ਮਸਾ ਉਤਰ ਰਿਹਾ ਹੈ। ਸੋ ਜਾਣੀ ਕਿ ਭਰਾਵਾਂ ਤੇ ਬਣਾਓ, ਪ੍ਰਭੂ ਦਾ ਧੰਨਵਾਦ ਕਰਦੇ ਹੈਗੇ ਆ ਉਹਦੀ ਹਜ਼ੂਰੀ ਦੇ ਲਈ, ਧੰਨਵਾਦ ਕਰਦੇ ਆ ਉਹਦੇ ਪਿਆਰ ਦੇ ਲਈ, ਧੰਨਵਾਦ ਕਰਦੇ ਆ ਪਰਮੇਸ਼ਰ ਦੀ ਖੁਸ਼ੀ ਦੇ ਲਈ ਜਿਹੜੀ ਇਸ ਫਰਾਈਡੇ ਸਭ ਨੇ ਇੰਜੋਏ ਕੀਤੀ ਹੈ। ਮੈਂ ਸੋ ਆਓ ਆਪਾਂ ਇੱਕ ਛੋਟੀ ਦੁਆ ਕਰਾਂਗੇ ਤੇ ਅੱਜ ਦੇ ਵਚਨ ਦੇ ਵਾਸਤੇ ਆਪਣੇ ਦਿਲ ਨੂੰ ਤਿਆਰ ਕਰਾਂਗੇ। ਆਮੀਨ। ਬੇਨਤੀ ਕਰਾਂਗੇ। ਪਰਮੇਸ਼ਰ ਪਿਤਾ ਯਿਸੂ ਮਸੀਹ ਜੀ ਦੇ ਪਵਿੱਤਰ ਤੇ ਸ਼ਕਤੀਸ਼ਾਲੀ ਨਾਮ ਦੇ ਵਿੱਚ ਅੱਜ ਦਾ ਵਚਨ ਮੈਂ ਤੁਹਾਡੀ ਹਜ਼ੂਰੀ 'ਚ ਲੈ ਕੇ ਆਉਣਾ ਚਾਹੁੰਦਾ ਹਾਂ ਤੇ ਅੱਜ ਸਾਰੇ ਭੈਣ ਭਰਾਵਾਂ ਨੂੰ ਮੈਂ ਤੁਹਾਡੀ ਹਜ਼ੂਰੀ 'ਚ ਲੈ ਕੇ ਆਉਣਾ ਚਾਹੁੰਦਾ, ਜਿੰਨੇ ਵੀ ਪ੍ਰਭੂ ਜੀ ਅੱਜ ਦੇ ਇਸ ਵਚਨ ਨੂੰ ਸੁਣ ਰਹੇ ਨੇ। ਮੇਰੀ ਪ੍ਰੇਅਰ ਆ, ਮੇਰੀ ਪ੍ਰਾਰਥਨਾ ਹੈ ਪ੍ਰਭੂ ਜੀ ਕਿ ਤੁਹਾਡੀ ਹਜ਼ੂਰੀ ਇੱਕ ਉੱਤੇ ਹੋਵੇ। ਜਿੰਨੇ ਵੀ ਅਸੀਂ ਅੱਜ ਦਾ ਤੁਹਾਡਾ ਵਚਨ ਸੁਣਦੇ ਹਾਂ, ਪ੍ਰਭੂ ਜੀ ਸਾਡੇ ਦਿਲਾਂ ਨੂੰ ਤਿਆਰ ਕਰੋ, ਸਾਡੇ ਮਨਾਂ ਨੂੰ ਤਿਆਰ ਕਰੋ ਤਾਂ ਕਿ ਅਸੀਂ ਪ੍ਰਭੂ ਜੀ ਤੁਹਾਡੇ ਰੂਹ ਦੇ ਵਿੱਚ ਵੱਧ ਸਕੀਏ। ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਸਾਡੀਆਂ ਤਮਾਮ ਗਲਤੀਆਂ, ਸਾਡੇ ਪਾਪ, ਸਾਡੇ ਗੁਨਾਹ ਸਾਨੂੰ ਮਾਫ ਕਰੋ ਤੇ ਆਪਣੇ ਪਵਿੱਤਰ ਲਹੂ ਦੇ ਨਾਲ ਸਾਨੂੰ ਧੋ ਕੇ ਸਾਫ਼ ਕਰੋ ਤਾਂ ਕਿ ਪ੍ਰਭੂ ਜੀ ਅਸੀਂ ਵਚਨ ਸਿਖਾਉਣ ਦੇ ਲਾਇਕ ਹੋਈਏ, ਨਾਲੇ ਵਚਨ ਸਿੱਖਣ ਦੇ ਲਾਇਕ ਹੋਈਏ। ਯਿਸੂ ਮਸੀਹ ਦੇ ਨਾਮ 'ਚ ਮੰਗਦੇ ਹਾਂ, ਆਮੀਨ ਆਮੀਨ। ਹਾਲੇਲੂਇਆ। ਇਸ ਸਮੇਂ ਕੋਈ ਨਾ ਕੋਈ ਪਰਸੀਕਿਊਸ਼ਨ ਥਾਈਂ ਦੀ ਗੁਜ਼ਰ ਰਿਹਾ ਹੋਵੇਗਾ ਦੁਨੀਆ ਦੇ ਵਿੱਚ। ਹੁਣੇ ਇਸ ਸਮੇਂ ਕੋਈ ਨਾ ਕੋਈ ਮੁਸ਼ਕਲ ਦੇ ਸਮੇਂ ਦੇ ਵਿੱਚੋਂ ਦੀ ਗੁਜ਼ਰ ਰਿਹਾ ਹੋਏਗਾ, ਟੈਸਟਿੰਗ ਦੇ ਸਮੇਂ ਦੇ ਵਿੱਚੋਂ ਦੀ ਗੁਜ਼ਰ ਰਿਹਾ ਹੋਏਗਾ, ਕੋਈ ਨਾ ਕੋਈ ਪਰਸੀਕਿਊਸ਼ਨ ਦੇ ਸਮੇਂ ਵਿੱਚੋਂ ਦੀ ਗੁਜ਼ਰ ਰਿਹਾ ਹੋਵੇਗਾ। ਕਿਉਂਕਿ ਪਰਮੇਸ਼ਰ ਦਾ ਵਚਨ ਆਪਾਂ ਨੂੰ ਦੱਸਦਾ ਹੈ ਕਿ ਆਪਾਂ ਨੂੰ ਨਹੀਂ ਪਤਾ ਕਦੋਂ ਆਪਣਾ ਈਮਾਨ ਜਿਹੜਾ ਆ ਉਹ ਪ੍ਰਤਿਆਵੇ ਵਿੱਚ ਆਵੇ, ਯਾਨੀ ਕਿ ਪ੍ਰਤਿਆਇਆ ਜਾਵੇ। ਪਰਮੇਸ਼ਰ ਦਾ ਵਚਨ ਆਪਾਂ ਨੂੰ ਸਿਖਾਉਂਦਾ ਆ ਕਿਸੇ ਸਮੇਂ ਵੀ ਆਪਣਾ ਈਮਾਨ ਪ੍ਰਤਿਆਇਆ ਜਾ ਸਕਦਾ ਆ ਤੇ ਪਰਮੇਸ਼ਰ ਦਾ ਵਚਨ ਆਪਾਂ ਨੂੰ ਦੱਸਦਾ ਹੈ ਕਿ ਪ੍ਰਭੂ ਨੂੰ ਆਪਾਂ ਤਿਆਰ ਰਹਿਣਾ ਆ ਤਾਂ ਕਿ ਜਦੋਂ ਪ੍ਰਤਿਆਵੇ ਦੇ ਵਿੱਚ ਪਈਏ ਉਦੋਂ ਆਪਣਾ ਈਮਾਨ ਤਕੜਾ ਹੋਵੇ ਤੇ ਉਸ ਪ੍ਰਤਿਆਵੇ ਦੇ ਵਿੱਚੋਂ ਦੀ ਆਪਣੀ ਜਿੱਤ ਪ੍ਰਾਪਤ ਕਰਕੇ ਅੱਗੇ ਵੱਧ ਸਕੀਏ ਤੇ ਪਰਮੇਸ਼ਰ ਦੀ ਬਰਕਤ ਲੈ ਸਕੀਏ। ਆਮੀਨ। ਪਰਮੇਸ਼ਰ ਦੇ ਵਚਨ ਦੇ ਵਿੱਚ ਈਮਾਨ ਨੂੰ ਸਟਰੋਂਗ ਕਰਨ ਦੀ, ਈਮਾਨ ਨੂੰ ਤਕੜਾ ਕਰਨ ਦੀ ਬਹੁਤ ਵੱਡੀ ਬਰਕਤ ਛੁਪੀ ਹੋਈ ਆ। ਬਾਰ-ਬਾਰ ਪਰਮੇਸ਼ਰ ਦਾ ਵਚਨ ਆਪਾਂ ਨੂੰ ਇਹਦੇ ਉੱਤੇ ਸਿੱਖਿਆ ਦਿੰਦਾ ਆ ਤੇ ਪ੍ਰਕਾਸ਼ ਦੀ ਪੋਥੀ ਦੇ ਦੂਸਰੇ ਚੈਪਟਰ ਦੇ ਵਿੱਚ ਤੇ ਵਰਸ 9ਵਾਂ 10ਵਾਂ 11ਵਾਂ 3 ਵਰਸ ਨੇ ਜਿਹਦੇ ਵਿੱਚ ਪ੍ਰਭੂ ਯਿਸੂ ਮਸੀਹ ਜੀ ਜਦੋਂ 7 ਕਲੀਸਿਆਂ ਨੂੰ ਇੱਕ ਵੱਖਰੇ ਲੈਟਰ ਲਿਖਦੇ ਨੇ, 7 ਚਿੱਠੀਆਂ ਲਿਖਦੇ ਨੇ 7 ਕਲੀਸਿਆਂ ਨੂੰ, ਜਿਹਦੇ ਵਿੱਚ 7 ਮੈਸੇਜਸ ਹੁੰਦੇ ਨੇ ਤੇ ਉਹਦੇ 'ਚ ਜਿਹੜਾ ਦੂਸਰੇ ਨੰਬਰ ਦਾ ਕਲੀਸਿਆ ਹੈਗਾ ਆ ਜਿਹਦਾ ਨਾਮ ਸੀਗਾ ਸਮੀਰਨਾ ਦਾ ਚਰਚ। ਤੇ ਸਮੀਰਨਾ ਦੇ ਚਰਚ ਨੂੰ ਵੀ ਪ੍ਰਭੂ ਯਿਸੂ ਮਸੀਹ ਨੇ ਇੱਕ ਛੋਟੀ ਜਿਹੀ ਚਿੱਠੀ ਲਿਖੀ, ਔਨ ਟੂ ਦਾ ਪੁਆਇੰਟ, ਤੇ ਉਹਦੇ ਵਿੱਚ ਸਿਰਫ 3 ਵਰਸ ਹੈਗੇ ਨੇ, ਗਿਣਤੀ ਦੇ 3-4 ਵਰਸ ਨੇ ਜਿਹਦੇ ਵਿੱਚੋਂ ਸਮੀਰਨਾ ਦੇ ਬਾਰੇ ਦੱਸਿਆ ਗਿਆ। ਸੋ ਪੜ੍ਹਾਂਗੇ ਆਪਾਂ, ਪਹਿਲਾਂ ਕੱਢਾਂਗੇ ਪ੍ਰਕਾਸ਼ ਦੀ ਪੋਥੀ, ਉਹਦਾ ਦੂਸਰਾ ਚੈਪਟਰ ਦੇਖਾਂਗੇ, ਵਰਸ 9ਵਾਂ 10ਵਾਂ 11ਵਾਂ ਪੜ੍ਹਾਂਗੇ ਪੰਜਾਬੀ ਦੇ ਵਿੱਚ। ਆਓ ਸੁਣੀਏ ਧਿਆਨ ਦੇ ਨਾਲ। ਮੈਂ ਤੇਰੇ ਦੁੱਖ ਅਤੇ ਗਰੀਬੀ ਨੂੰ ਜਾਣਦਾ ਹਾਂ, ਪਰ ਬੇਸ਼ੱਕ ਅਸਲ ਵਿੱਚ ਤੂੰ ਅਮੀਰ ਹੈ। ਮੈਂ ਉਸ ਨਿੰਦਾ ਨੂੰ ਵੀ ਜਾਣਦਾ ਹਾਂ ਜੋ ਤੇਰੀ ਉਹਨਾਂ ਦੇ ਦੁਆਰਾ ਹੋ ਰਹੀ ਹੈ, ਜੋ ਕਹਿੰਦੇ ਤਾਂ ਆਪਣੇ ਆਪ ਨੂੰ ਯਹੂਦੀ ਨੇ ਪਰ ਉਹ ਹੈ ਨਹੀਂ, ਉਹ ਅਸਲ ਵਿੱਚ ਸ਼ੈਤਾਨ ਦੇ ਲੋਕ ਹਨ। ਉਸ ਦੁੱਖ ਤੋਂ ਨਾ ਡਰ ਜੋ ਤੇਰੇ ਤੇ ਆਉਣ ਵਾਲਾ ਹੈ। ਸ਼ੈਤਾਨ ਤੁਹਾਨੂੰ ਪਰਤਿਆਵੇਗਾ ਅਤੇ ਤੁਹਾਡੇ ਵਿੱਚੋਂ ਕੁਝ ਨੂੰ ਕੈਦ ਵਿੱਚ ਸੁੱਟ ਦੇਵੇਗਾ। ਤੁਹਾਡੇ ਤੇ ਇਹੋ ਜਿਹੇ ਦੁੱਖ 10 ਦਿਨਾਂ ਤੱਕ ਰਹਿਣਗੇ, ਪਰ ਤੁਸੀਂ ਮੌਤ ਤੱਕ ਵੀ ਮੇਰੇ ਆਗਿਆਕਾਰ ਰਹਿਣਾ ਤਾਂ ਮੈਂ ਤੁਹਾਨੂੰ ਜੀਵਨ ਤਾਜ ਦੇਵਾਂਗਾ। ਜਿਸ ਦੇ ਕੰਨ ਹਨ ਉਹ ਸੁਣੇ ਕਿ ਪਵਿੱਤਰ ਆਤਮਾ ਵਿਸ਼ਵਾਸ ਸੰਗਤਾਂ ਨੂੰ ਕੀ ਕਹਿੰਦਾ ਹੈ। ਉਹ ਜੋ ਜਿੱਤ ਪ੍ਰਾਪਤ ਕਰਦਾ ਹੈ ਉਸ ਦੇ ਉੱਤੇ ਦੂਜੀ ਮੌਤ ਦਾ ਕੋਈ ਅਸਰ ਨਹੀਂ ਹੋਵੇਗਾ। ਹਾਲੇਲੂਇਆ ਹਾਲੇਲੂਇਆ। ਜਦੋਂ ਰੋਮ ਦੇ ਵਿੱਚ ਪਰਸੀਕਿਊਸ਼ਨ ਆ ਗਿਆ ਸੀ ਤੇ ਉਦੋਂ ਜਿਹੜਾ ਸਮੀਰਨਾ ਦਾ ਚਰਚ ਹੈ
ਇਹ ਬਹੁਤ ਹੀ ਜ਼ਿਆਦਾ ਪਰਸੀਕਿਊਸ਼ਨ ਵਿੱਚੋਂ ਨੇ ਨਿਕਲ ਕੇ ਜਾ ਰਿਹਾ ਸੀਗਾ, ਜਾਣੀ ਕਿ ਤਰਫਾਇਆ ਜਾ ਰਿਹਾ ਸੀਗਾ, ਬਹੁਤ ਹੀ ਜ਼ਿਆਦਾ ਤੰਗੀ ਦੇ ਵਿੱਚੋਂ ਦੀ ਗੁਜ਼ਰ ਕੇ ਜਾ ਰਿਹਾ ਸੀਗਾ। ਤੇ ਉਸ ਸਮੇਂ ਪ੍ਰਭੂ ਯਿਸੂ ਮਸੀਹ ਜੀ ਪ੍ਰਗਟ ਹੁੰਦੇ ਨੇ ਯਹੋਨਾ ਦੇ ਸਾਹਮਣੇ, ਜਿਹੜਾ ਬੰਦੀ ਬਣਾ ਕੇ ਪਾਤਮਸ ਦੇ ਆਈਲੈਂਡ ਦੇ ਵਿੱਚ ਲੈ ਕੇ ਜਾ ਚੁੱਕਿਆ ਸੀਗਾ। ਤੇ ਉੱਥੇ ਪ੍ਰਭੂ ਯਿਸੂ ਮਸੀਹ ਜੀ ਆ ਕੇ ਪ੍ਰਕਾਸ਼ ਦੀ ਪੋਥੀ ਦਾ ਦਰਸ਼ਨ ਯਹੋਨਾ ਨੂੰ ਦਿੰਦੇ ਨੇ, ਤੇ ਉਹਦੇ ਵਿੱਚ ਹੀ ਇਹ ਸਮੀਰਨਾ ਦੀ ਲੈਟਰ ਹੈਗੀ ਆ, ਜਿਹੜੀ ਸਮੀਰਨਾ ਚਰਚ ਨੂੰ ਜਾਂਦੀ ਹੈਗੀ ਆ, ਸਾਰੀ ਪ੍ਰਕਾਸ਼ ਦੀ ਪੋਥੀ ਜਾਂਦੀ ਹੈਗੀ ਆ। ਸੋ ਪ੍ਰਭੂ ਦੇ ਬਣੋ, ਇਸ ਲੈਟਰ ਦੇ ਵਿੱਚ ਪ੍ਰਭੂ ਯਿਸੂ ਮਸੀਹ ਜੀ ਨੇ 3-4 ਵਰਸਾਂ ਦੇ ਵਿੱਚ ਸਮੀਰਨਾ ਨੂੰ ਦੱਸਿਆ ਵੀ ਇਹ ਪਰਸੀਕਿਊਸ਼ਨ ਜਿਹੜੀਆਂ ਮੁਸ਼ਕਿਲਾਂ ਆਉਂਦੀਆਂ ਨੇ, ਤਕਲੀਫਾਂ ਆਉਂਦੀਆਂ ਨੇ, ਇਹ ਟਰਾਇਲਸ ਜਿਹੜੀਆਂ ਆਉਂਦੀਆਂ ਨੇ, ਪ੍ਰਤਿਆਵੇ ਜਿਹੜੇ ਆਉਂਦੇ ਨੇ, ਇਹਨਾਂ ਨੂੰ ਕਿਸ ਤਰ੍ਹਾਂ ਜਿੱਤਣਾ ਹੈ, ਇਹਨਾਂ ਨੂੰ ਕਿਸ ਤਰ੍ਹਾਂ ਪਾਸ ਕਰਨਾ ਹੈ, ਮੈਨ ਕਿੱਦਾਂ ਸਹਿਣਾ ਇਹਨਾਂ ਨੂੰ, ਤੇ ਕਿੱਦਾਂ ਇਹਦੇ ਵਿੱਚੋਂ ਦੀ, ਇਹਨਾਂ ਮੁਸ਼ਕਿਲਾਂ ਦੇ ਵਿੱਚੋਂ ਦੀ ਗੁਜ਼ਰਨਾ ਆ, ਕਿਸ ਤਰ੍ਹਾਂ ਜਿੱਤ ਪ੍ਰਾਪਤ ਕਰਨੀ ਆ ਪ੍ਰਭੂ ਦੇ ਭੈਣੋ। ਸੋ ਇਹ ਪ੍ਰਭੂ ਯਿਸੂ ਮਸੀਹ ਜੀ ਆਪਾਂ ਨੂੰ ਦੱਸਦੇ ਹੈਗੇ ਨੇ ਇਸ ਲੈਟਰ ਦੇ ਵਿੱਚੋਂ ਦੀ। ਬਹੁਤ ਸਾਰੇ ਹੋ ਸਕਦਾ ਵੱਖਰੇ ਵੱਖਰੇ ਤਰੀਕੇ ਦੇ ਪ੍ਰਤਿਆਵਿਆਂ ਵਿੱਚੋਂ ਦੀ ਗੁਜ਼ਰ ਕੇ ਜਾ ਰਹੇ ਹੋ ਤੁਸੀਂ, ਹੋ ਸਕਦਾ ਤੁਹਾਡੇ ਪਰਿਵਾਰ ਦੇ ਵਿੱਚ ਕੁਝ ਪ੍ਰਤਿਆਵੇ ਆ ਰਹੇ ਹੋਣ, ਜਾਂ ਹੋ ਸਕਦਾ ਕਿ ਤੁਹਾਡੇ ਕੰਮ 'ਤੇ ਕੁਝ ਪ੍ਰਤਿਆਵੇ ਆ ਰਹੇ ਹੋਣ, ਹੋ ਸਕਦਾ ਕਿ ਫਾਈਨੈਂਸ਼ੀਅਲ ਤੌਰ 'ਤੇ ਤੁਸੀਂ ਪ੍ਰਤਿਆਵਿਆਂ ਵਿੱਚੋਂ ਦੀ ਗੁਜ਼ਰ ਕੇ ਜਾ ਰਹੇ ਹੋ, ਜਾਂ ਪਰਸਨਲ ਤੌਰ 'ਤੇ ਤੁਹਾਡੇ ਬੱਚਿਆਂ ਦੇ ਨਾਲ, ਜਾਂ ਤੁਹਾਡੇ ਹਸਬੈਂਡ ਵਾਈਫ ਦੇ ਨਾਲ, ਮਾਂ-ਬਾਪ ਦੇ ਨਾਲ, ਜਾਂ ਤੁਹਾਡੇ ਦੂਰ ਦੇ ਰਿਸ਼ਤੇਦਾਰਾਂ ਦੇ ਨਾਲ, ਜਾਂ ਸਿਰਫ ਨੇਬਰਸ ਦੇ ਨਾਲ ਹੀ, ਜਾਂ ਕੰਮ ਤੇ ਤੁਸੀਂ ਪ੍ਰਭੂ ਦੇ ਨਾਮ ਕਰਕੇ ਤੁਹਾਨੂੰ ਤਰਫਾਇਆ ਜਾ ਰਿਹਾ ਹੋਵੇ, ਤੁਹਾਡੇ 'ਤੇ ਪ੍ਰਤਿਆਵੇ ਆ ਰਹੇ ਹੋਣ, ਜਾਂ ਕੋਈ ਹੋਰ ਟਰਾਇਲਸ ਆ ਰਹੀਆਂ ਹੋਣ। ਸੋ ਪ੍ਰਭੂ ਯਿਸੂ ਮਸੀਹ ਜੀ ਯਹੋਨਾ ਨੂੰ ਇੱਕ ਸੁਨੇਹਾ ਦਿੰਦੇ ਨੇ, ਕਹਿੰਦੇ ਨੇ ਵੀ ਸਮੀਰਨਾ ਦੇ ਚਰਚ ਨੂੰ ਜਾ ਕੇ ਦੱਸ। ਤੇ ਇਸ ਲੈਟਰ ਦੇ ਵਿੱਚ ਪ੍ਰਭੂ ਯਿਸੂ ਮਸੀਹ ਜੀ ਸਿਖਾਉਂਦੇ ਨੇ ਕਿ ਕਿਸ ਤਰ੍ਹਾਂ ਪ੍ਰਤਿਆਵਿਆਂ ਦੇ ਵਿੱਚੋਂ ਦੀ ਨਿਕਲ ਕੇ ਜਿੱਤ ਪ੍ਰਾਪਤ ਕਰਨੀ ਹੈ। ਐਵੇਂ ਸੋ ਪ੍ਰਭੂ ਦੇ ਭੈਣੋ, ਇਹ ਉਹ ਤੋਂ ਪਹਿਲਾਂ ਕਿ ਆਪਾਂ ਦੇਖੀਏ ਕਿਹੜਾ ਇਹ ਫਾਰਮੂਲਾ ਆ ਜਿਹੜਾ ਪ੍ਰਭੂ ਯਿਸੂ ਮਸੀਹ ਜੀ ਸਮੀਰਨਾ ਦੇ ਕਲੀਸਿਆ ਨੂੰ ਦਿੰਦੇ ਨੇ। ਸੋ ਸਮੀਰਨਾ ਦਾ ਜਿਹੜਾ ਚਰਚ ਆ ਉਹ ਪਰਸੀਕਿਊਟਡ ਚਰਚ ਆ, ਉਹ ਚਰਚ ਆ ਜਿਹੜਾ ਤਰਫਾਇਆ ਗਿਆ। ਐਵੇਂ ਸੋ ਬਹੁਤ ਤੜਫ ਦੇ ਵਿੱਚੋਂ ਦੀ ਗੁਜ਼ਰਦਾ ਹੋਇਆ ਇਹ ਚਰਚ ਆ। ਹੋ ਸਕਦਾ ਵੀ ਤੁਸੀਂ ਵੀ ਕਿਸੇ ਆਪਣੇ ਏਰੀਆ ਦੇ ਵਿੱਚ ਕੋਈ ਮੁਸ਼ਕਿਲ ਦੇ ਵਿੱਚੋਂ ਦੀ ਗੁਜ਼ਰ ਰਹੇ ਹੋਵੋਗੇ, ਕੋਈ ਤਕਲੀਫ ਦੇ ਵਿੱਚੋਂ ਦੀ ਗੁਜ਼ਰ ਰਹੇ ਹੋਵੋਗੇ, ਲੇਕਿਨ ਅੱਜ ਦਾ ਸੁਨੇਹਾ ਸੁਣ ਕੇ ਮੈਂ ਵਿਸ਼ਵਾਸ ਕਰਦਾ ਕਿ ਪਰਮੇਸ਼ਰ ਦਾ ਸ਼ਬਦ, ਪਰਮੇਸ਼ਰ ਦਾ ਵਚਨ ਸਾਨੂੰ ਹਿੰਮਤ ਤੇ ਆਸ਼ਾ ਦੇਵੇਗਾ, ਤਾਂ ਕਿ ਆਪਾਂ ਇਹਨਾਂ ਮੁਸ਼ਕਿਲਾਂ, ਇਹਨਾਂ ਤਕਲੀਫਾਂ ਦੇ ਵਿੱਚੋਂ ਦੀ ਗੁਜ਼ਰ ਕੇ ਜਾਈਏ। ਬਲਕਿ ਮੈਂ ਤਾਂ ਕਹਾਂਗਾ ਸਾਰੀ ਦੁਨੀਆ ਹੀ ਇਹਨਾਂ ਦਿਨਾਂ ਦੇ ਵਿੱਚ ਮੁਸ਼ਕਿਲਾਂ ਦੇ ਵਿੱਚੋਂ ਦੀ ਗੁਜ਼ਰ ਕੇ ਜਾ ਰਹੀ ਆ। ਸੋ ਸਮੀਰਨਾ ਦੀ ਚਿੱਠੀ ਪੜ੍ਹ ਕੇ ਆਪਾਂ ਨੂੰ ਬਰਕਤ ਮਿਲੇਗੀ ਤੇ ਪਰਮੇਸ਼ਰ ਦਾ ਆਸ਼ੀਰਵਾਦ ਮਿਲੇਗਾ, ਤੇ ਆਪਾਂ ਜਦੋਂ ਨਿਕਲ ਕੇ ਗੁਜ਼ਰਾਂਗੇ ਆਪਾਂ ਇਹਨਾਂ ਮੁਸ਼ਕਿਲਾਂ ਵਿੱਚੋਂ ਜੇਤੂ ਠਹਿਰਾਂਗੇ। ਐਵੇਂ ਸੋ ਪਹਿਲੇ ਨੰਬਰ 'ਤੇ ਜਿਹੜਾ ਨਾਮ ਹੈਗਾ ਸਮੀਰਨਾ ਦਾ, ਉਹ ਬਾਈਬਲ ਦੇ ਵਿੱਚ ਨਵੇਂ ਨੇਮ ਦੇ ਵਿੱਚ, ਬਲਕਿ ਮੈਂ ਕਹਾਂਗਾ ਪ੍ਰਭੂ ਯਿਸੂ ਮਸੀਹ ਜੀ ਦੇ ਨਾਲ ਤਾਲੁਕਾਤ ਰੱਖਦਾ ਹੋਇਆ ਤਕਰੀਬਨ 3 ਜਾਂ 4 ਵਾਰ ਇਹ ਨਾਮ ਜਿਹੜਾ ਹੈ ਆਉਂਦਾ ਆ ਸਮੀਰਨਾ ਦਾ। ਕਿੱਥੋਂ ਨਿਕਲਿਆ ਇਹ ਸ਼ਬਦ ਦੇਖਾਂਗੇ ਆਪਾਂ। ਸੰਤ ਮੱਤੀ ਦੀ ਕਿਤਾਬ 2 ਚੈਪਟਰ ਤੇ ਉਹਦਾ 11ਵਾਂ ਵਰਸ ਆਪਾਂ ਦੇਖਾਂਗੇ। ਤੁਹਾਨੂੰ ਯਾਦ ਹੋਏਗਾ ਜਦੋਂ ਪ੍ਰਭੂ ਯਿਸੂ ਮਸੀਹ ਜੀ ਛੋਟੇ ਹੁੰਦੇ ਸੀਗੇ, ਤੇ ਜਦੋਂ ਹਜੇ ਬਹੁਤ ਛੋਟੇ ਸੀਗੇ, ਤੇ ਦੂਰੋਂ ਫੋਰਨਰਸ ਆਏ ਸੀਗੇ, 3 ਵਾਈਜ਼ ਮੈਨ, ਜਿਹੜੇ ਜਦੋਂ ਆਉਂਦੇ ਨੇ, ਉਹ ਪ੍ਰਭੂ ਯਿਸੂ ਮਸੀਹ ਜੀ ਛੋਟੇ ਸੀਗੇ, ਬੇਬੀ ਸੀਗੇ, ਤੇ ਆ ਕੇ ਉਹ ਖਾਸ ਤੋਹਫੇ ਲੈ ਕੇ ਆਉਂਦੇ ਨੇ। ਤੇ ਉਹ ਤੋਹਫੇ ਜਿਹੜੇ ਨੇ, ਤਿੰਨੋਂ ਤੋਹਫੇ ਉਹ ਪ੍ਰਭੂ ਯਿਸੂ ਮਸੀਹ ਜੀ ਦੇ ਮੂਹਰੇ ਰੱਖ ਕੇ ਪ੍ਰਭੂ ਨੂੰ ਪ੍ਰਣਾਮ ਕਰਦੇ ਹੈਗੇ ਨੇ। ਸੋ ਦੇਖਾਂਗੇ ਇਹ ਵਰਸ ਬਾਈਬਲ ਦਾ, ਸੰਤ ਮਤੀ ਚੈਪਟਰ 2 ਵਰਸ 11। ਜੀ ਹਾਂ, ਫਿਰ ਉਹ ਘਰ ਦੇ ਅੰਦਰ ਗਏ ਅਤੇ ਬੱਚੇ ਨੂੰ ਮਾਤਾ ਮਰੀਅਮ ਦੇ ਨਾਲ ਦੇਖਿਆ। ਉਹਨਾਂ ਗੋਡਿਆਂ ਪਰਨੇ ਹੋ ਕੇ ਬੱਚੇ ਦੇ ਸਾਹਮਣੇ ਸਿਰ ਝੁਕਾਏ ਅਤੇ ਆਪਣਾ ਆਪਣਾ ਥੈਲਾ ਖੋਲ ਕੇ ਉਸ ਸਾਹਮਣੇ ਸੋਨਾ, ਧੂਪ ਅਤੇ ਗੰਧਰਸ ਭੇਂਟ ਕੀਤੇ। ਗੰਧਰਸ ਭੇਂਟ ਕੀਤੀ। ਇਹ ਜਿਹੜਾ ਗੰਧਰਸ ਹੈ ਪ੍ਰਭੂ ਦੇ ਭੈਣੋ, ਇਹ ਗੰਧਰਸ ਵਰਡ ਜਿਹੜਾ ਹੈਗਾ ਆ, ਇਹ ਇੰਗਲਿਸ਼ ਦੇ ਵਿੱਚ ਕਹਿ ਸਕਦੇ ਹੈਗੇ ਆ ਆਪਾਂ ਕਿ ਮਿਰ ਵਰਡ ਯੂਜ਼ ਹੁੰਦਾ ਆ, ਤੇ ਇਸ ਮਿਰ ਵਰਡ ਤੋਂ ਹੀ ਕਹਿ ਲਓ ਕਿ ਸਮਿਰਨਾ ਦਾ ਨਾਮ ਪਿਆ, ਜਿਹਨੂੰ ਹੁਣ ਪੰਜਾਬੀ ਦੇ ਵਿੱਚ ਬਸ ਸਮਿਰਨਾ ਕਹਿੰਦੇ ਨੇ। ਸੋ ਜਾਣੀ ਕਿ ਇਹ ਗੰਧਰਸ ਜਿਹੜੀ ਆ, ਇਹੀ ਨਾਮ, ਇਹੀ ਵਰਡ ਸਮਿਰਨਾ ਦੇ ਵਿੱਚ ਇਸਤੇਮਾਲ ਕੀਤਾ ਗਿਆ। ਸੋ ਇਹ ਪਹਿਲੀ ਵਾਰ ਸਮਿਰਨਾ ਦਾ ਨਾਮ ਆਪਾਂ ਯਾਦ ਹੋਏਗਾ ਕਿ ਜਿਹੜਾ ਸੋਨਾ ਹੈਗਾ ਆ, ਉਹ ਪ੍ਰਭੂ ਯਿਸੂ ਮਸੀਹ ਜੀ ਦੀ ਡੈਇਟੀ, ਜਾਣੀ ਕਿ ਉਹਨਾਂ ਦਾ ਰੱਬ ਪੁਣੇ ਨੂੰ ਦੱਸਦਾ ਆ। ਤੇ ਉਹ ਤੋਂ ਬਾਅਦ ਜਿਹੜੀ ਇਨਸੈਂਸ ਹੈਗੀ ਆ, ਧੂਫ ਜਿਹੜੀ ਹੈਗੀ ਆ, ਉਹ ਪ੍ਰਭੂ ਯਿਸੂ ਮਸੀਹ ਜੀ ਦੀ ਪ੍ਰੀਸਟ ਦੀ ਮਿਨਿਸਟਰੀ ਨੂੰ ਦੱਸਦੀ ਆ, ਇੰਟਰਸੈਸ਼ਨ ਦੀ ਮਿਨਿਸਟਰੀ ਨੂੰ ਦੱਸਦੀ ਆ। ਤੇ ਉਹ ਤੋਂ ਬਾਅਦ ਗਾਹਾਂ ਜਿਹੜਾ ਮੀਰ ਹੈਗਾ ਆ, ਜਾਂ ਮਿਰਰ ਹੈਗਾ ਆ,
ਤੇ ਪੰਜਾਬੀ ਦੇ ਵਿੱਚ ਕਿਹਾ ਗਿਆ ਆ ਡਿਫਰੈਂਟ ਨਾਮ ਲਿੱਤਾ ਗਿਆ ਹੈਗਾ ਆ ਤੇ ਇਹ ਗੰਧਰਸ। ਰਿਪਰੈਜ਼ੈਂਟ ਗੰਧਰਸ ਇਹ ਰਿਪਰੈਜ਼ੈਂਟ ਕਰਦਾ ਆ ਪ੍ਰਭੂ ਤੇ ਭੈਣੋ ਕਹਿ ਲਓ ਤੁਸੀਂ ਇੱਕ ਤਰ੍ਹਾਂ ਕਿ ਸਫਰਿੰਗ ਨੂੰ, ਹਿਊਮਨ ਸਫਰਿੰਗ ਨੂੰ। ਜਦੋਂ ਪ੍ਰਭੂ ਯਿਸੂ ਮਸੀਹ ਜੀ ਹਿਊਮਨ ਹੋਣ ਦੇ ਨਾਤੇ, ਇਨਸਾਨ ਹੋਣ ਦੇ ਨਾਤੇ ਤਰਫਾਏ ਗਏ ਨੇ, ਬਹੁਤ ਤਰਫ ਦੇ ਵਿੱਚੋਂ ਨਿਕਲਦੇ ਨੇ, ਬਹੁਤ ਪਰਸੀਕਿਊਸ਼ਨ ਦੇ ਵਿੱਚੋਂ ਨਹੀਂ ਨਿਕਲਦੇ ਨੇ, ਤੇ ਉਹ ਗੰਧਰਸ ਜਿਹੜੀ ਹੈਗੀ ਆ ਉਹ ਰਿਪਰੈਜ਼ੈਂਟ ਕਰਦੀ ਆ ਉਸ ਮਿਰ ਨੂੰ। ਮੈਨ ਸੋ ਇੱਥੋਂ ਇਹ ਸਮਿਰਨਾ ਦਾ ਨਾਮ ਨਿਕਲਦਾ ਹੈਗਾ। ਹੁਣ ਦੇਖੋ ਜ਼ਬਰਦਸਤ ਗੱਲ ਇਹ ਹੈਗੀ ਆ ਵੀ ਜਿਹੜਾ ਸਮਿਰਨਾ ਦਾ ਚਰਚ ਸੀਗਾ ਉਹ ਵੀ ਤਰਫਾਇਆ ਜਾ ਰਿਹਾ ਸੀਗਾ, ਮੁਸ਼ਕਿਲ ਦੇ ਵਿੱਚੋਂ ਨਹੀਂ ਜਾ ਰਿਹਾ ਸੀਗਾ, ਗੁਜ਼ਰ ਰਿਹਾ ਸੀਗਾ। ਇੱਕ ਹੋਰ ਦੂਸਰੇ ਪਾਸੇ ਦੇਖਾਂਗੇ ਆਪਾਂ ਸੰਤ ਮਰਕਸ ਦੀ ਕਿਤਾਬ ਦੇਖਾਂਗੇ 15ਵਾਂ ਚੈਪਟਰ, ਜਿਹਦੇ ਵਿੱਚ ਦੁਬਾਰਾ ਫਿਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਲ ਤਾਲੁਕਾਤ ਰੱਖਦਾ ਹੋਇਆ ਬਾਈਬਲ ਵਿੱਚੋਂ ਇਹ ਮੀਰਾ ਦਾ ਨਾਮ ਨਿਕਲਦਾ ਆ, ਜਿੱਥੋਂ ਸਮਿਰਨਾ ਵਰਡ ਯੂਜ਼ ਹੁੰਦਾ ਆ। ਪੜਾਂਗੇ ਮਰਕਸ ਚੈਪਟਰ 15 ਵਰਸ 23 ਦੇਖਾਂਗੇ। ਜੀ ਹਾਂ, ਉੱਥੇ ਉਹਨਾਂ ਯਿਸੂ ਨੂੰ ਗੰਧਰਸ ਮਿਲੀ ਸ਼ਰਾਬ ਦੇਣ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਨੇ ਲੈਣ ਤੋਂ ਇਨਕਾਰ ਕਰ ਦਿੱਤਾ। ਦੁਬਾਰਾ ਫਿਰ ਇੱਥੇ ਪ੍ਰਭੂ ਯਿਸੂ ਮਸੀਹ ਜੀ ਨੂੰ ਉਹਨਾਂ ਨੇ ਗੰਧਰਸ ਸ਼ਰਾਬ ਦੇ ਨਾਲ ਮਿਲਾ ਕੇ ਪੀਣ ਨੂੰ ਦਿੱਤੀ। ਕਈ ਥਾਂ ਲਿਖਿਆ ਹੈ ਵੀ ਗੰਧਰਸ ਸਿਰਕੇ ਦੇ ਨਾਲ ਮਿਲਾ ਕੇ ਪੀਣ ਨੂੰ ਦਿੱਤੀ, ਤਾਂ ਕਿ ਉਹਨਾਂ ਦੇ ਵਿੱਚ ਜਾ ਕੇ ਉਹ ਉਹਨਾਂ ਦੇ ਸਰੀਰ ਨੂੰ ਨਮ ਕਰ ਦੇਵੇ ਅਤੇ ਫਿਰ ਉਹ ਦਰਦ ਨੂੰ ਮਹਿਸੂਸ ਨਾ ਕਰਨ ਅਤੇ ਦਰਦ ਨੂੰ ਸਹਿ ਲੈਣ, ਹੈ ਨਾ। ਲੇਕਿਨ ਯਾਦ ਰੱਖੋ ਤੁਸੀਂ ਕਿ ਪ੍ਰਭੂ ਯਿਸੂ ਮਸੀਹ ਜੀ ਇਹ ਨਹੀਂ ਕਰ ਸਕਦਾ ਸੀ, ਕਿਉਂਕਿ ਜੇ ਕਰ ਲੈਂਦੇ ਅਤੇ ਜਿਹੜੀ ਕੁਰਬਾਨੀ ਸੀ ਪ੍ਰਭੂ ਯਿਸੂ ਮਸੀਹ ਜੀ ਸਲੀਬ 'ਤੇ ਉਹ ਫਿਰ ਹੋ ਜਾਣੀ ਸੀ, ਕਿਉਂਕਿ ਪ੍ਰਭੂ ਯਿਸੂ ਮਸੀਹ ਜੀ ਨੇ ਸਾਰੇ ਦਰਦ ਨੂੰ ਸਹਿਣਾ ਸੀ ਅਤੇ ਸਿਰਫ ਪਵਿੱਤਰ ਆਤਮਾ ਦੀ ਸ਼ਕਤੀ ਨਾਲ ਹੀ ਉਹਨੂੰ ਸਹਿਣਾ ਸੀ ਅਤੇ ਉਹਨੂੰ ਜਿੱਤਣਾ ਸੀ, ਤਾਂ ਕਿ ਪ੍ਰਭੂ ਯਿਸੂ ਮਸੀਹ ਇਹ ਸੈਕਰੀਫਾਈਸ ਬਲੀਦਾਨ ਸਵੀਕਾਰ ਹੁੰਦਾ ਪਿਤਾ ਦੇ ਸਾਹਮਣੇ, ਹੈ ਨਾ। ਸੋ ਇਹ ਪ੍ਰਭੂ ਦਾ ਧੰਨਵਾਦ ਕਰਦੇ ਹਾਂ, ਪ੍ਰਭੂ ਨੇ ਰਿਜੈਕਟ ਕੀਤਾ, ਇਹਨੂੰ ਨਹੀਂ ਪੀਤਾ। ਸੋ ਇੱਥੇ ਦੂਸਰੀ ਵਾਰ ਇਹ ਗੰਧਰਸ ਦਾ ਵਰਡ ਯੂਜ਼ ਹੁੰਦਾ ਹੈ। ਤੀਸਰਾ ਦੇਖਾਂਗੇ ਸੰਤ ਯਹੋਨਾ ਦੀ ਕਿਤਾਬ ਦੇ ਵਿੱਚ 19ਵਾਂ ਚੈਪਟਰ ਅਤੇ ਉਹਦਾ ਵਰਸ 39 ਦੇਖਾਂਗੇ ਆਪਾਂ, ਜਿੱਥੇ ਤੀਸਰੀ ਦਫਾ ਜਦੋਂ ਪ੍ਰਭੂ ਯਿਸੂ ਮਸੀਹ ਜੀ ਪੂਰੇ ਹੁੰਦੇ ਨੇ, ਸਲੀਬ 'ਤੇ ਜਾਨ ਦਿੰਦੇ ਨੇ ਆਪਣੇ ਸਾਰੇ ਦੇ ਪਾਪਾਂ ਦੇ ਖਾਤਰ, ਅਤੇ ਉਹਨਾਂ ਨੂੰ ਸਲੀਬ ਤੋਂ ਲਾ ਕੇ ਨਿਕੋਦੇਮਸ ਆਉਂਦਾ ਸੀਗਾ ਅਤੇ ਆ ਕੇ ਉਹ ਪ੍ਰਭੂ ਯਿਸੂ ਮਸੀਹ ਜੀ ਦੇ ਨੂੰ ਲੈ ਕੇ ਜਾਂਦੇ ਨੇ ਕਬਰ ਦੇ ਵਿੱਚ ਪਾਉਣ ਦੇ ਵਾਸਤੇ। ਲੇਕਿਨ ਆਓ ਪੜਾਂਗੇ ਵਚਨ ਵਿਸਤਾਰ ਦੇ ਨਾਲ, ਚੈਪਟਰ 19 ਵਰਸ 39, ਜੌਨ 19:39। ਜੀ ਹਾਂ, ਨਿਕੋਦੀਮਸ ਵੀ ਜੋ ਇੱਕ ਵਾਰ ਰਾਤ ਨੂੰ ਯਿਸੂ ਕੋਲ ਆਇਆ ਸੀ, 45 ਕਿਲੋ ਦੇ ਲਗਭਗ ਗੰਧਰਸ ਜੋ ਦੂਜੇ ਕੀਮਤੀ ਸੁਗੰਧਿਤ ਪਦਾਰਥਾਂ ਨਾਲ ਮਿਲੀ ਹੋਈ ਸੀ ਲੈ ਕੇ ਆਇਆ। ਦੇਖਿਆ ਤੁਸੀਂ, ਦੁਬਾਰਾ ਫਿਰ ਕਈ ਬਾਈਬਲ ਵਿੱਚ ਲਿਖਿਆ 100 ਪਾਊਂਡ ਲਿਖਿਆ ਹੋਇਆ। ਸੋ ਜਾਣੀ ਕਿ ਕਿੰਨੀ ਜ਼ਿਆਦਾ ਗੰਧਰਸ ਹੋਰ ਜੜੀਆਂ ਬੂਟੀਆਂ ਦੇ ਨਾਲ ਮਿਲ ਕੇ, ਕਿਉਂਕਿ ਇਹਨਾਂ ਨੇ ਇਹ ਤਕਰੀਬਨ ਇੰਨਾ ਜ਼ਿਆਦਾ ਜਿਹੜਾ ਮਿਲਿਆ ਹੋਇਆ ਇੱਕ ਤਰ੍ਹਾਂ ਕਹਿ ਲਓ ਲੇਪ ਸੀਗਾ, ਉਹ ਲਗਾਉਣਾ ਸੀਗਾ ਪ੍ਰਭੂ ਯਿਸੂ ਦੇ ਸਰੀਰ ਦੇ ਉੱਤੇ, ਅਤੇ ਉੱਪਰ ਦੀ ਫਿਰ ਉਹ ਕੱਪੜਾ ਜਿਹੜਾ ਲਿਨਨ ਦਾ ਕੱਪੜਾ ਹੈਗਾ ਆ ਉਹ ਲਪੇਟਦੇ ਹੁੰਦੇ ਹੈਗੇ ਨੇ। ਸੋ ਇਸ ਤਰ੍ਹਾਂ ਇਹਨਾਂ ਦੇ ਇਜ਼ਰਾਈਲੀਆਂ ਦੇ ਮੁਤਾਬਿਕ ਇਸ ਤਰ੍ਹਾਂ ਇਹਨਾਂ ਨੇ ਕੀਤਾ ਸੀਗਾ। ਸੋ ਪ੍ਰਭੂ ਦੇ ਬਣੋ ਦੁਬਾਰਾ ਫਿਰ ਇੱਥੇ ਮਿਰ ਦਾ ਨਾਮ ਆਉਂਦਾ, ਗੰਧਰਸ ਦਾ ਨਾਮ ਆਉਂਦਾ, ਜਿੱਥੋਂ ਇਹ ਸਮਿਰਨਾ ਦਾ ਵਰਡ ਨਿਕਲਦਾ ਹੈਗਾ। ਲੇਕਿਨ ਜਦੋਂ ਆਇਜ਼ਾਇਆ ਪ੍ਰੋਫੈਸੀ ਕਰਦਾ ਆ, ਆਇਜ਼ਾਇਆ ਦੇ ਕਿਤਾਬ ਦੇ ਵਿੱਚ 60 ਚੈਪਟਰ ਦੇਖਾਂਗੇ, ਚੈਪਟਰ 60 7ਵਾਂ ਚੈਪਟਰ, ਉਹਦੇ ਵਿੱਚ ਇੱਕ ਆਇਜ਼ਾਇਆ ਪ੍ਰੋਫੈਸੀ ਕਰਦਾ ਆ, ਅਤੇ ਪ੍ਰੋਫੈਸੀ ਦੇ ਵਿੱਚ ਉਹ ਗਲੋਰੀਅਸ ਫਿਊਚਰ ਜੋ ਹੈ ਜਰੂਸਲਮ ਦਾ, ਉਹਦਾ ਜ਼ਿਕਰ ਕਰਦਾ ਆ ਵੀ ਜਿਹੜਾ ਮਿਲੇਨੀਅਮ ਜਰੂਸਲਮ ਹੋਏਗਾ, ਜਾਂ ਉਹਦੇ ਵਿੱਚ ਜਿਹੜਾ ਉਹਦਾ ਭਵਿੱਖ ਹੈ, ਜਿਹੜਾ ਗਲੋਰੀਅਸ ਭਵਿੱਖ ਹੈ, ਯਾਨੀ ਕਿ ਗਲੋਰੀ ਦੇ ਨਾਲ ਚਮਕਦਾ ਹੋਇਆ ਭਵਿੱਖ ਹੈ, ਉਹਦੀ ਗੱਲਬਾਤ ਹੁੰਦੀ ਆ। ਸੋ ਉਸ ਜਗ੍ਹਾ ਦੇ ਵਿੱਚ ਦੱਸਿਆ ਵੀ ਜੇ ਕਾਫੀ ਲੋਕ ਆਉਂਦੇ ਨੇ, ਅਤੇ ਸਭਾ ਦੇ ਵਿੱਚੋਂ, ਸਭਾ ਜਿਹੜਾ ਇੱਕ ਸਿਟੀ ਸੀਗਾ, ਉਹਦੇ ਲੋਕ ਵੀ ਆਏ, ਅਤੇ ਉਹ ਆ ਕੇ ਪ੍ਰਭੂ ਯਿਸੂ ਨੂੰ ਭੇਂਟ ਕਰਦੇ ਨੇ। ਸੈਕੰਡ ਕਮਿੰਗ ਤੋਂ ਬਾਅਦ ਦੀ ਗੱਲ ਹੈਗੀ ਹੈ। ਸੋ ਪੜਾਂਗੇ ਆਪਾਂ ਇੱਕ ਵਾਰ ਫਿਰ ਇਹ ਚੈਪਟਰ ਵਰਸ 6ਵਾਂ ਵਰਸ ਦੇਖਾਂਗੇ, ਆਇਜ਼ਾਇਆ 60 ਵਰਸ 6। ਜੀ ਹਾਂ, ਊਠਾਂ ਦੇ ਵੱਡੇ ਕਾਫਲੇ ਮਿਦਿਆਨ ਅਤੇ ਫਾਹ ਤੋਂ ਤੇਰੇ ਵੱਲ ਆਉਣਗੇ, ਉਹ ਸਭਾ ਤੋਂ ਤੇਰੇ ਲਈ ਸੋਨਾ ਅਤੇ ਲੁਬਾਨ ਲੈ ਕੇ ਆਉਣਗੇ। ਲੋਕ ਪ੍ਰਭੂ ਦੇ ਇਸ ਕੀਤੇ ਕੰਮ ਦਾ ਸ਼ੁਭ ਸਮਾਚਾਰ ਸੁਣਾਉਣਗੇ। ਹਾਲੇਲੂਇਆ। ਸਭਾ ਤੋਂ ਆਉਣਗੇ ਤੇ ਉਹ ਸੋਨਾ ਤੇ ਲਬਾਨ ਲੈ ਕੇ ਆਉਣਗੇ, ਲੇਕਿਨ ਗੰਧਰਸ ਮਿਸਿੰਗ ਹੈ ਇੱਥੇ, ਕਿਉਂਕਿ ਹੁਣ ਸੈਕਿੰਡ ਕਮਿੰਗ ਤੋਂ ਬਾਅਦ ਪ੍ਰਭੂ ਤੇ ਭੈਣੋ, ਜਦੋਂ ਪ੍ਰਭੂ ਸੈਕਿੰਡ ਕਮਿੰਗ 'ਚ ਆ ਰਹੇ ਨੇ, ਉੱਥੇ ਉਹ ਸਫਰਿੰਗ ਸੇਵੀਅਰ ਆਪਾਂ ਨੂੰ ਨਜ਼ਰ ਨਹੀਂ ਆਉਂਦਾ, ਬਲਕਿ
ਉਹ ਸੇਵੀਅਰ ਨਜ਼ਰ ਆਉਂਦਾ ਜਿਹੜਾ ਰਾਜ ਕਰਨ ਆ ਰਿਹਾ ਆ, ਰਾਜਾਂ ਦਾ ਰਾਜਾ, ਪ੍ਰਭੂਆਂ ਦਾ ਪ੍ਰਭੂ ਨਜ਼ਰ ਆਉਂਦਾ ਆ। ਸੋ ਤਾਂ ਹੀ ਸੋਨਾ ਜਿਹੜਾ ਆ ਇੱਥੇ ਉਹ ਪ੍ਰਭੂ ਯਿਸੂ ਮਸੀਹ ਦੀ ਡਾਇਟੀ, ਜਾਣੀ ਕਿ ਉਹਨਾਂ ਦੇ ਰੱਬ ਪੁਣੇ ਨੂੰ ਦਿਖਾਉਂਦਾ ਆ, ਰਾਜੇ ਨੂੰ ਦੱਸਦਾ ਆ। ਅਤੇ ਉਹ ਤੋਂ ਬਾਅਦ ਜਿਹੜਾ ਕੀ ਕਹਿ ਲਓ ਆਪਣਾ ਇੰਸਟੈਂਸ ਹੈਗਾ ਆ, ਉਹ ਪ੍ਰਭੂ ਯਿਸੂ ਮਸੀਹ ਜੀ ਦੀ ਪ੍ਰੇਅਰ ਨੂੰ ਜਾਂ ਉਹਨਾਂ ਦੀ ਸੇਵਾ ਨੂੰ ਦੱਸਦਾ ਹੈਗਾ ਜਿਵੇਂ। ਲੇਕਿਨ ਇੱਥੇ ਗੰਦਰਸ ਦਾ ਨਾਮ ਨਜ਼ਰ ਨਹੀਂ ਆਉਂਦਾ, ਕਿਉਂਕਿ ਹੁਣ ਪ੍ਰਭੂ ਯਿਸੂ ਤਰਫਨ ਨਹੀਂ ਆ ਰਹੇ, ਸਫਰ ਹੋਣ ਨਹੀਂ ਆ ਰਹੇ, ਸਫਰਿੰਗ ਖਤਮ ਹੋ ਗਈ ਆ, ਹੁਣ ਰਾਜ ਕਰਨ ਆ ਰਹੇ ਨੇ। ਅਤੇ ਉਹਨਾਂ ਦੇ ਨਾਲ ਚਰਚ ਰਾਜ ਕਰੇਗਾ, ਆਪਾਂ ਸਾਰੇ ਮਿਲ ਕੇ ਰਾਜ ਕਰਾਂਗੇ ਮਿਲੀਨੀਅਮ 'ਤੇ 1000 ਸਾਲ ਦੇ ਵਾਸਤੇ ਹੈ। ਸੋ ਇਹ ਤਾਂ ਸੀਗੀ ਭਰਾਵੋ ਅਤੇ ਭੈਣੋ ਸਮਿਰਨਾ ਚਰਚ ਦੀ ਕੁਛ ਕਹਿ ਲਓ ਕਿ ਬੈਕਗਰਾਊਂਡ, ਜਿਹਦੇ ਵਿੱਚੋਂ ਆਪਾਂ ਨੂੰ ਮਤਲਬ ਪਤਾ ਲੱਗਿਆ ਹੈਗਾ ਆ। ਸੋ ਪੌਲੁਸ ਨੇ ਇਹ ਚਰਚ ਖੜਾ ਕੀਤਾ ਸੀਗਾ ਸਮਿਰਨਾ ਦਾ। ਅਤੇ ਪੌਲੁਸ ਤਕਰੀਬਨ ਏਸ਼ੀਆ ਦੇ ਵਿੱਚ ਉਸ ਸਮੇਂ 3 ਸਾਲ ਉਹਨਾਂ ਨੇ ਲਾਏ ਸੀਗੇ। ਅਤੇ 2 ਸਾਲ ਆਪਾਂ ਦੇਖਿਆ ਸੀਗਾ ਪਿਛਲੀ ਵਾਰ ਕਿ ਐਫੈਸੋਸ ਦੇ ਵਿੱਚ ਵੀ ਪੌਲੁਸ ਨੇ ਕਾਫੀ ਸਮਾਂ ਲਾਇਆ ਸੀਗਾ। ਤਾਂ ਇਹ ਸਮਿਰਨਾ ਜਿਹੜਾ ਚਰਚ ਸੀਗਾ ਇਹ ਵੀ ਪੌਲੁਸ ਨੇ ਹੀ ਖੜਾ ਕੀਤਾ ਸੀਗਾ ਤਕਰੀਬਨ 2-3 ਸਾਲ ਲਾ ਕੇ। ਲੇਕਿਨ ਉਹ ਤੋਂ ਬਾਅਦ ਪ੍ਰਾਪਤ ਬਣੋ ਇਸ ਚੀਜ਼ਾਂ ਟਾਈਮ ਬਦਲ ਗਏ, ਸਮੇਂ ਬਦਲ ਗਏ, ਅਤੇ ਹੌਲੀ ਹੌਲੀ ਕਰਕੇ ਇਹ ਚਰਚ ਦੇ ਉੱਤੇ ਬਹੁਤ ਵੱਡਾ ਕਹਿਰ ਜਿਹੜਾ ਸੀਗਾ ਟੁੱਟ ਪਿਆ। ਅਤੇ ਬਹੁਤ ਹੀ ਜ਼ਿਆਦਾ ਸਫਰਿੰਗ, ਪਰਸੀਕਿਊਸ਼ਨ, ਕੁੱਟ ਕਟਾਪਾ, ਕਤਲੇਆਮ ਸ਼ੁਰੂ ਹੋ ਗਿਆ ਹੈ। ਇਹ ਇੱਕ ਐਸਾ ਚਰਚ ਆ ਜਿਹਦੇ ਖਿਲਾਫ ਪ੍ਰਭੂ ਯਿਸੂ ਮਸੀਹ ਜੀ ਨੇ ਇੱਕ ਵੀ ਨੈਗੇਟਿਵ ਵਰਡ ਨਹੀਂ ਯੂਜ਼ ਕੀਤਾ ਹੈ। ਇਸ ਚਰਚ ਦੇ ਖਿਲਾਫ ਬਾਈਬਲ ਵਿੱਚ 2 ਚਰਚਿਸ ਨੇ, ਇੱਕ ਤਾਂ ਹੈਗਾ ਜਿਹੜਾ ਪੜ੍ਹ ਰਹੇ ਹਾਂ ਆਪਾਂ ਸਮਿਰਨਾ ਦਾ ਚਰਚ, ਇੱਕ ਫਿਲਾਡੈਲਫੀਆ ਦਾ ਚਰਚ, ਜਿਹਦੇ ਖਿਲਾਫ ਪ੍ਰਭੂ ਯਿਸੂ ਮਸੀਹ ਜੀ ਨੇ ਕੋਈ ਵੀ ਨੈਗੇਟਿਵ ਚੀਜ਼ ਨਹੀਂ ਯੂਜ਼ ਕੀਤੀ, ਜਾਂ ਕੋਈ ਨੈਗੇਟਿਵ ਉਹਨਾਂ ਨੂੰ ਕੋਈ ਚੀਜ਼ ਪੁਆਇੰਟ ਨਹੀਂ ਕੀਤੀ ਵੀ ਤੇਰੀ ਚਾਹ ਕਮਜ਼ੋਰੀ ਆ ਜਾਂ ਤੇਰੀ 'ਚ ਗਲਤੀ ਆ। ਹੋਰ ਵੀ ਚੰਗੇ ਚਰਚ ਹੋਏ ਨੇ, ਜਦੋਂ ਪੜ੍ਹ ਕੇ ਗਏ ਹਾਂ ਪਿਛਲੀ ਵਾਰ ਆਪਾਂ। ਐਫੈਸੋ ਦਾ ਜਿਹੜਾ ਚਰਚ ਸੀਗਾ ਗੁੱਡ ਚਰਚ ਸੀਗਾ, ਲੇਕਿਨ ਫਿਰ ਵੀ ਪ੍ਰਭੂ ਨੇ ਉਹਦੀ ਇੰਨੀਆਂ ਖੂਬੀਆਂ 8-9 ਖੂਬੀਆਂ ਗਿਣਾਉਣ ਤੋਂ ਬਾਅਦ ਪ੍ਰਭੂ ਯਿਸੂ ਨੇ ਕਹਿਤਾ ਸੀਗਾ ਲੇਕਿਨ ਤੇਰੇ ਵਿੱਚ ਇੱਕ ਕਮੀ ਆ, ਵੀ ਤੇਰਾ ਪਹਿਲਾ ਪਿਆਰ ਜਿਹੜਾ ਸੀਗਾ ਉਹ ਠੁੱਸ ਹੋ ਗਿਆ, ਯਾਨੀ ਗੁੰਮ ਹੋ ਗਿਆ। ਪਹਿਲਾ ਪਿਆਰ ਦੁਬਾਰਾ ਵਾਪਸ ਲਿਆ ਹੈ ਨਾ। ਸੋ ਲੇਕਿਨ ਇਹ ਚਰਚ ਦੇ ਵਿੱਚ ਇੱਕ ਵੀ ਚੀਜ਼ ਪ੍ਰਭੂ ਯਿਸੂ ਮਸੀਹ ਜੀ ਨੇ ਕਹਿ ਲਓ ਕਿ ਨਹੀਂ ਕੀਤੀ। ਮੈਂ ਇਹ ਜਿਹੜਾ ਸਮਿਰਨਾ ਦਾ ਚਰਚ ਸੀਗਾ, ਬਲਕਿ ਇਹ ਸਮਿਰਨਾ ਦਾ ਜਿਹੜਾ ਸਿਟੀ ਸੀਗਾ, ਇਹ ਪਹਿਲਾ ਸਿਟੀ ਸੀਗਾ ਏਸ਼ੀਆ ਮਾਈਨਰ ਦੇ ਵਿੱਚ ਉਸ ਸਮੇਂ, ਜਿਹੜੇ ਰੋਮ ਦੇ ਐਮਪੇਰਰ ਨੂੰ, ਰੋਮ ਦੇ ਰਾਜੇ ਨੂੰ ਪਹਿਲੀ ਵਾਰ ਕਹਿ ਲਓ ਕਿ ਇੱਕ ਟੈਂਪਲ ਕੰਸਟਰਕਟ ਕਰਕੇ ਦਿੱਤਾ ਸੀਗਾ, ਬਣਾ ਕੇ ਦਿੱਤਾ ਸੀਗਾ, ਜਿਹੜਾ ਉਹਨਾਂ ਦਾ ਐਮਪੇਰਰ ਸੀਗਾ ਉਸ ਸਮੇਂ 'ਤੇ ਹੈ ਨਾ। ਸੋ ਜਿਹੜੇ ਉੱਥੇ ਦੇ ਦੇਸ਼ ਵਾਸੀ ਸੀਗੇ ਰੋਮ ਦੇ, ਉਹ ਦੇਸ਼ ਵਾਸੀ ਰੋਮ ਤੋਂ ਦੁਖੀ ਨਹੀਂ ਸੀ, ਬਲਕਿ ਰੋਮ ਤੋਂ ਬਹੁਤ ਖੁਸ਼ ਸੀਗੇ। ਰੋਮ ਇੱਕ ਐਸਾ ਕੰਟਰੀ ਸੀਗਾ ਜਿੱਥੇ ਉਹ ਬਹੁਤ ਸੁਖੀ ਸੀ, ਅਤੇ ਉਹ ਧੰਨਵਾਦ ਕਰਦੇ ਸੀ ਲੈ ਵੀ ਸਾਡਾ ਜਨਮ ਰੋਮ ਦੇ ਵਿੱਚ ਹੋਇਆ। ਸ਼ਾਇਦ ਅੱਜ ਵੀ ਜਿਹੜੇ ਕੈਨੇਡਾ 'ਚ ਬੈਠੇ ਹੈਗੇ ਨੇ ਉਹ ਧੰਨਵਾਦ ਕਰਦੇ ਹਾਂ ਕਿ ਅਸੀਂ ਕੈਨੇਡਾ 'ਚ ਬੈਠੇ ਹੈਗੇ ਹਾਂ, ਪ੍ਰਭੂ ਦਾ ਸ਼ੁਕਰ ਕਰਦੇ ਹਾਂ ਕੈਨੇਡਾ ਦੇ ਵਾਸਤੇ, ਇਸ ਧਰਤੀ ਦੇ ਵਾਸਤੇ, ਆਪਣੇ ਸਿਟੀ ਦੇ ਵਾਸਤੇ, ਕਿਉਂਕਿ ਬਹੁਤ ਵੱਡੀ ਬਰਕਤ ਵਾਲੀ ਸਿਟੀ ਹੈਗੀ ਆ ਅਤੇ ਬਰਕਤ ਵਾਲੇ ਦੇਸ਼ ਹੈਗਾ ਆ। ਸੋ ਉਸੀ ਤਰ੍ਹਾਂ ਜਿਹੜਾ ਰੋਮ ਦੇ ਰਹਿਣ ਵਾਲੇ ਸੀਗੇ, ਰੋਮਨਸ ਜਿਹੜੇ ਲੋਕ ਸੀਗੇ, ਉਹ ਆਪਣੀ ਗੌਰਮੈਂਟ ਨੂੰ ਬਹੁਤ ਪਸੰਦ ਕਰਦੇ ਸੀਗੇ, ਕਿਉਂਕਿ ਗੌਰਮੈਂਟ ਜਿਹੜੀ ਸੀਗੀ ਬੜੀ ਮਿਹਨਤੀ ਸੀ, ਅਤੇ ਉਹ ਪੂਰਾ ਦਿਲ ਲਾ ਕੇ ਅਤੇ ਪੂਰੇ ਜ਼ੋਰ ਦੇ ਨਾਲ ਉੱਥੇ ਜਿਹੜਾ ਐਮਪੇਰਰ ਸੀਗਾ, ਯਾਨੀ ਕਿ ਰਾਜਾ ਜਿਹੜਾ ਉੱਥੇ ਸੀਗਾ, ਗਵਰਨਰ ਮੇਨ ਜਿਹੜਾ ਸੀਗਾ, ਉਹ ਸੇਵਾ ਕਰਦਾ ਸੀ ਰੋਮ ਵਾਸੀਆਂ ਦੀ। ਸੋ ਉਹਨਾਂ ਨੂੰ ਬਿਲਕੁਲ ਉਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੇ ਯੁੱਧ ਹੁੰਦੇ ਸੀਗੇ, ਲੇਕਿਨ ਜਿਹੜੇ ਰੋਮ ਵਾਸੀ ਸੀਗੇ ਉਹਨਾਂ ਨੂੰ ਬਿਲਕੁਲ ਵੀ ਰੋਮਨਸ ਦੇ ਲੋਕ ਜਿਹੜੇ ਸੀਗੇ ਉਹਨਾਂ ਨੂੰ ਬਿਲਕੁਲ ਵੀ ਚਿੰਤਾ ਨਹੀਂ ਸੀਗੀ, ਬਿਲਕੁਲ ਵੀ ਕੋਈ ਪਰੇਸ਼ਾਨੀ ਨਹੀਂ ਸੀਗੀ ਲੈ ਵੀ ਸਾਡੇ 'ਤੇ ਕੋਈ ਅਟੈਕ ਕਰ ਦਊਗਾ, ਫਲਾਣਾ ਦੇਸ਼ ਨਾਲ ਸਾਡੇ 'ਤੇ ਅਟੈਕ ਕਰਦੇ, ਫਲਾਣਾ ਦੇਸ਼ ਨਾਲ ਸਾਡੇ 'ਤੇ ਅਟੈਕ ਕਰਦੇ। ਕਿਉਂ? ਕਿਉਂਕਿ ਉਸ ਸਮੇਂ ਜਿਹੜਾ ਰੋਮ ਦਾ ਕੰਟਰੀ ਸੀਗਾ ਉਹ ਬਹੁਤ ਹੀ ਜ਼ਿਆਦਾ ਸਟਰੋਂਗ ਦੇਸ਼ ਸੀਗਾ, ਇਹਨਾਂ ਕੋਲ ਬਹੁਤ ਵੱਡੀ ਸੈਨਾ ਸੀਗੀ, ਅਤੇ ਇਹਨਾਂ ਕੋਲ ਐਸੇ ਹਸਤਰ ਵਸਤਰ ਸੀਗੇ ਜਿਹੜੇ ਉਸ ਸਮੇਂ ਬਹੁਤ ਹੀ ਪਹੁੰਚੇ ਹੋਏ ਸੀਗੇ, ਅਤੇ ਇਹਨਾਂ ਦੇ ਜਿਹੜੇ ਸੋਲਜਰ ਸੀਗੇ ਉਹ ਬਹੁਤ ਡਿਸਿਪਲਿਨ ਵਾਲੇ ਸੀਗੇ, ਬਹੁਤ ਹੈਲਦੀ ਸੀਗੇ, ਅਤੇ ਬਹੁਤ ਹੀ ਜ਼ਿਆਦਾ ਬੋਡੀ ਬਿਲਡਿੰਗ ਕਰਦੇ ਸੀਗੇ, ਅਤੇ ਬਹੁਤ ਚਤੁਰ ਸੀਗੇ, ਅਤੇ ਇੰਟੈਲੀਜੈਂਟ ਸੀਗੇ, ਅਤੇ ਬਹੁਤ ਹੀ ਤਰੀਕੇ ਦੇ ਨਾਲ ਇਹ ਯੁੱਧ ਜਿਹੜਾ ਸੀਗਾ ਇਹ ਜਿੱਤ ਲੈਂਦੇ ਸੀਗੇ। ਅਤੇ ਤਕਰੀਬਨ ਉਸ ਸਮੇਂ ਜਿੰਨੇ ਵੀ ਦੇਸ਼ ਸਾਰੇ ਚਾਰੋਂ ਪਾਸੇ ਸੀ ਰੋਮ ਤੋਂ ਡਰਦੇ ਹੁੰਦੇ ਸੀਗੇ। ਸੋ ਰੋਮ ਦੇ ਵਾਸੀਆਂ ਨੂੰ ਕੋਈ ਚਿੰਤਾ ਨਹੀਂ ਸੀ ਵੀ ਸਾਡੇ 'ਤੇ ਕੋਈ ਅਟੈਕ ਹੋਏਗਾ, ਸੋ ਬੜੇ ਖੁਸ਼ ਸੀਗੇ ਉਹ ਰੋਮ ਦੇ ਉੱਤੇ। ਦੂਸਰੀ ਚੀਜ਼ ਦੇਖੀ ਵੀ ਜਿਹੜਾ ਰੋਮ ਦਾ ਐਮਪੇਰਰ ਸੀਗਾ ਉਹਨੇ ਸਾਰੇ ਰੋਮ ਦੇ ਵਿੱਚ ਉਹਨੇ ਐਸੇ ਜਾਲ ਵਿਛਾਏ ਹੋਏ ਸੀਗੇ ਸੜਕਾਂ ਦੇ,
ਜਾਣੀ ਕਿ ਜਦੋਂ ਵੀ ਉਹਦਾ ਦਿਲ ਕਰਦਾ ਸੀ ਝੜ ਦਿਨੇ ਉਹ ਇੱਕ ਪਾਸੇ ਤੋਂ ਲੈ ਕੇ ਦੂਸਰੇ ਪਾਸੇ ਜਾ ਸਕਦਾ ਸੀਗਾ। ਸਾਰੇ ਰੋਮ ਨੂੰ ਲਗਾਤਾਰ ਉਹ ਵਿਜ਼ਿਟ ਕਰਦਾ ਸੀ ਕਿ ਲੈ ਵੀ ਆਪਣਾ ਐਮਪੈਰਰ ਆ ਰਿਹਾ ਹੈਗਾ ਆ, ਆਪਣਾ ਰਾਜਾ ਆ ਰਿਹਾ ਹੈਗਾ ਆ, ਤੇ ਉਹਨੂੰ ਸਵੀਕਾਰ ਕਰੀਏ। ਸੋ ਸਾਰੇ ਜਿਹੜੇ ਲੋਕ ਸੀਗੇ ਉਹ ਵੀ ਬੜੇ ਅੱਛੇ ਤਰੀਕੇ ਦੇ ਨਾਲ ਟਰੈਵਲ ਕਰ ਸਕਦੇ ਸੀਗੇ, ਸਾਰੇ ਰੋਮ ਦੇ ਵਿੱਚ ਘੁੰਮ ਸਕਦੇ ਸੀਗੇ, ਕਿਉਂਕਿ ਬਹੁਤ ਹੀ ਜ਼ਬਰਦਸਤ ਹਾਈਵੇਜ਼ ਜਿਹੜੇ ਸੀਗੇ ਤਿਆਰ ਕੀਤੇ ਹੋਏ ਸੀਗੇ ਹੈ ਨਾ। ਸੋ ਤੀਸਰੀ ਚੀਜ਼ ਆ ਜਿਹੜੀ ਦੇਖੀ ਕਿ ਕਿਉਂਕਿ ਰੋਮ ਜਿਹੜਾ ਹੈਗਾ ਆ ਉਹਦੇ ਨਾਲ ਸਮੁੰਦਰ ਲੱਗਦਾ, ਤੇ ਪਹਿਲਾਂ ਕੀ ਹੁੰਦਾ ਸੀਗਾ, ਸਮੁੰਦਰ ਦੇ ਵਿੱਚੋਂ ਜਿਹੜੇ ਪਿਰਾਤਾਸ ਲੋਕ ਹੁੰਦੇ ਸੀਗੇ, ਯਾਨੀ ਕਿ ਡਾਕੂ, ਚੋਰ ਡਾਕੂ, ਉਹ ਪਾਣੀ ਦੇ ਜਹਾਜ਼ ਲੈ ਕੇ ਆ ਜਾਂਦੇ ਸੀਗੇ ਤੇ ਆ ਕੇ ਲੋਕਾਂ ਨੂੰ ਲੁੱਟ ਕੇ ਚਲੇ ਜਾਂਦੇ ਸੀਗੇ। ਲੇਕਿਨ ਹੁਣ ਇਹਨਾਂ ਨੇ ਐਸਾ ਉੱਥੇ ਸਿਸਟਮ ਖੜਾ ਕੀਤਾ ਹੋਇਆ ਸੀਗਾ ਵੀ ਕੋਈ ਵੀ ਪਾਇਰਟਸ ਜਿਹੜਾ ਹੈਗਾ ਆ ਉਹ ਨਹੀਂ ਆ ਸਕਦਾ ਸੀਗਾ ਉਹਨਾਂ ਨੂੰ ਲੁੱਟਣ ਦੇ ਵਾਸਤੇ ਜਾਂ ਉਹਨਾਂ ਨੂੰ ਡਾਕਾ ਪਾਉਣ ਦੇ ਵਾਸਤੇ ਜਾਂ ਚੋਰੀ ਕਰਨ ਦੇ ਵਾਸਤੇ। ਉਹ ਬੜੇ ਤਰੀਕੇ ਨਾਲ ਪ੍ਰੋਟੈਕਟ ਕੀਤੇ ਗਏ ਸੀਗੇ ਉਹਨਾਂ ਦੇ ਜਿੰਨੇ ਵੀ ਬੇਸ ਸੀਗੇ ਉੱਥੇ ਹੈ ਨਾ। ਸੋ ਇੱਕ ਹੋਰ ਚੀਜ਼ ਇਹਦੇ ਵਿੱਚ ਆਪਾਂ ਨੂੰ ਬਹੁਤ ਜ਼ਬਰਦਸਤ ਕਹਿ ਲਓ ਕਿ ਨਜ਼ਰ ਆਈ ਵੀ ਜਿੰਨੇ ਵੀ ਉਸ ਦੇ ਦੇਸ਼ ਵਾਸੀ ਸੀ ਰੋਮ ਦੇ, ਉਹ ਸਾਰੇ ਜਿਹੜੇ ਸੀਗੇ ਉਹ ਜਿਹੜੀ ਵੀ ਉਹਨਾਂ ਦੀ ਜ਼ਰੂਰਤ ਸੀ ਹੈ ਨਾ, ਭਾਵੇਂ ਉਹਨਾਂ ਦੀ ਜਿਸਮਾਨੀ ਜ਼ਰੂਰਤ ਹੋਵੇ, ਉਹਨਾਂ ਦੇ ਕੰਮ ਚਾਹੀਦੇ ਹੋਣ, ਉਹਨਾਂ ਨੂੰ ਖਾਣ ਪੀਣ ਨੂੰ ਹੋਵੇ, ਜਾਂ ਉਹਨਾਂ ਦਾ ਕੋਈ ਮੈਡੀਕੇਅਰ ਹੋਵੇ, ਸਾਰਾ ਰੋਮ ਦੀ ਗੌਰਮੈਂਟ ਜਿਹੜੀ ਸੀਗੀ ਉਹ ਚੰਗੀ ਤਰ੍ਹਾਂ ਕਵਰ ਕਰਦੀ ਸੀਗੀ। ਜਾਣੀ ਕਿ ਉਹ ਰੋਮ ਦੀ ਗੌਰਮੈਂਟ ਬਹੁਤ ਜ਼ਬਰਦਸਤ ਫੇਵਰ ਕਰਦੀ ਸੀ ਜਿਹੜੇ ਰੋਮ ਦੇ ਰਹਿਣ ਵਾਲੇ ਸੀਗੇ ਹੈ ਨਾ। ਜੇ ਕੋਈ ਰੋਮ ਦਾ ਰਹਿਣ ਵਾਲਾ ਇੱਧਰ ਉੱਧਰ ਫਸ ਜਾਂਦਾ ਸੀਗਾ, ਇਹ ਆਪਣੀ ਸੈਨਾ ਭੇਜਦੇ ਸੀਗੇ ਆਪਣੇ ਦੇਸ਼ ਵਾਸੀ ਨੂੰ ਕੱਢਣ ਦੇ ਵਾਸਤੇ, ਜਾਣੀ ਕਿ ਮੰਨਿਆ ਹੋਇਆ ਦੇਸ਼ ਸੀਗਾ। ਸੋ ਸਾਰੇ ਲੋਕ ਜਿਹੜੇ ਸੀਗੇ ਬੜੇ ਖੁਸ਼ ਸੀਗੇ। ਫਿਰ ਕੀ ਹੋਇਆ, ਇਸ ਖੁਸ਼ੀ ਦੇ ਵਿੱਚ ਆ ਕੇ ਸਮਿਰਨਾ ਦਾ ਜਿਹੜਾ ਸਿਟੀ ਸੀਗਾ, ਉਹਨਾਂ ਨੇ ਸੋਚਿਆ ਵੀ ਅਸੀਂ ਇੱਕ ਆਪਣੇ ਐਮਪੈਰਰ ਦੇ ਵਾਸਤੇ, ਸੈਸਰ ਦੇ ਵਾਸਤੇ ਅਸੀਂ ਇੱਕ ਟੈਂਪਲ ਬਣਾ ਕੇ ਦਿਆਂਗੇ। ਉਹਨਾਂ ਨੇ ਇੱਕ ਟੈਂਪਲ ਬਣਾਇਆ ਸੈਸਰ ਦੇ ਵਾਸਤੇ, ਜਿਹੜਾ ਰਾਜਾ ਸੀਗਾ ਉਸ ਸਮੇਂ। ਤੇ ਜਦੋਂ ਟੈਂਪਲ ਬਣਾ ਕੇ ਦਿੱਤਾ ਤੇ ਉੱਥੇ ਉਹਨਾਂ ਨੇ ਬਹੁਤ ਜ਼ਿਆਦਾ ਧੰਨਵਾਦ ਕੀਤਾ ਸੈਸਰ ਦਾ ਕਿ ਬਹੁਤ ਹੀ ਅਸੀਂ ਪ੍ਰਸੰਨ ਹੈਗੇ ਹਾਂ ਤੇ ਤੋਂ ਬਹੁਤ ਖੁਸ਼ ਹੈਗੇ ਹਾਂ। ਸੋ ਉਸ ਸਮੇਂ ਪਹਿਲੀ ਵਾਰ ਹੋਇਆ ਸੀ ਜਦੋਂ ਲੋਕਾਂ ਨੇ ਸਾਰਿਆਂ ਨੇ ਮਿਲ ਕੇ ਸੈਸਰ ਨੂੰ ਵਡਿਆਈ ਕੀਤੀ, ਸੈਸਰ ਦਾ ਨਾਮ ਉੱਚਾ ਕੀਤਾ, ਬਈ ਉਹਨੂੰ ਜੈ ਜੈਕਾਰ ਕੀਤੀ। ਤੇ ਉਸ ਸਮੇਂ ਜਿਹੜੇ ਐਮਪੈਰਰ ਸੀਗੇ ਉਹਨਾਂ ਨੇ ਜਦੋਂ ਸ਼ੁਰੂ ਹੋਇਆ ਸਾਰਾ ਕੁਛ, ਉਹ ਜਿਹੜੇ ਸੀਗੇ ਉਹਨਾਂ ਨੇ ਕਿਹਾ ਵੀ ਨਹੀਂ ਅਸੀਂ ਨਹੀਂ, ਮਤਲਬ ਉਹਨਾਂ ਨੇ ਇੰਡਾਇਰੈਕਟਲੀ ਜਿਹੜੀ ਉਹ ਵਾਹਵਾ ਕੀਤੀ ਗਈ ਉਹ ਉਹਨਾਂ ਨੇ ਰਿਸੀਵ ਨਹੀਂ ਕੀਤੀ, ਮਤਲਬ ਇੱਦਾਂ ਕਹਿ ਦਿੱਤੀ ਨੋ ਥੈਂਕ ਯੂ ਹੈ ਨਾ। ਤੇ ਲੇਕਿਨ ਉਹ ਤੋਂ ਬਾਅਦ ਦੇ ਵਿੱਚ ਜਾ ਕੇ ਪਹਿਲਾਂ ਤਾਂ ਉਹ ਰੈਜ਼ਿਸਟ ਕਰਦੇ ਰਹੇ ਇਸ ਵਾਹਵਾ ਨੂੰ, ਲੇਕਿਨ ਬਾਅਦ ਦੇ ਵਿੱਚ ਜਾ ਕੇ ਹੌਲੀ ਹੌਲੀ ਉਹ ਅਸੈਪਟ ਕਰਨ ਲੱਗ ਗਏ। ਜਦੋਂ ਲੋਕ ਜਾਂ ਸਿਟੀ ਉਹਨਾਂ ਨੂੰ ਵਾਹਵਾ ਕਰਦੇ ਸੀਗੇ, ਉਹਨਾਂ ਦੀ ਜੈ ਜੈਕਾਰ ਕਰਦੇ ਸੀ, ਤੇ ਹੁਣ ਜਿਹੜੇ ਸੈਸਰ ਆਏ ਬਾਅਦ 'ਚ ਐਮਪੈਰਰ ਜਿਹੜੇ ਆਏ, ਉਹ ਸਾਰੇ ਧੰਨਵਾਦ ਕਰਦੇ ਸੀ ਵੀ ਓਕੇ ਠੀਕ ਹੈ, ਥੈਂਕ ਯੂ। ਤੇ ਉਹ ਆਦਤ ਚੀਜ਼ ਬਣ ਗਈ ਸੀਗੀ ਹੁਣ ਸਾਰਿਆਂ ਦੀ, ਵੀ ਸਾਰੇ ਜਿਹੜੇ ਸਿਟੀ ਸੀਗੇ ਉਹ ਆਪਣੇ ਰਾਜੇ ਦੀ ਵਡਿਆਈ ਕਰਦੇ ਸੀਗੇ, ਰਾਜੇ ਦਾ ਨਾਮ ਉੱਚਾ ਕਰਨ ਲੱਗੇ ਹੌਲੀ ਹੌਲੀ ਕਰਕੇ। ਪਹਿਲਾਂ ਰੈਜ਼ਿਸਟ ਕਰਦੇ ਰਹੇ, ਬਾਅਦ 'ਚ ਹੁਣ ਅਸੈਪਟ ਕਰਨ ਲੱਗ ਗਏ। ਤੇ ਅਸੈਪਟ ਕਰਦੇ ਬਾਅਦ ਦੇ ਵਿੱਚ ਆਖਿਰ ਦੇ ਵਿੱਚ ਜਾ ਕੇ ਹੁਣ ਐਕਸਪੈਕਟ ਕਰਦੇ ਸੀਗੇ, ਜਾਣੀ ਕਿ ਕੋਈ ਚੀਜ਼ ਨੂੰ ਕਰਦਾ ਸੀ ਕੋਈ ਰਾਜਾ ਜਾਂ ਐਮਪੈਰਰ ਕੋਈ ਚੀਜ਼ ਕਰਦਾ ਸੀਗਾ, ਤੇ ਸੈਸਰ ਕੋਈ ਚੀਜ਼ ਕਰਦਾ ਸੀਗਾ ਜਿਹੜਾ ਸੀਜ਼ਰ ਸੀਗਾ, ਤੇ ਜਦੋਂ ਵੀ ਉਹ ਪੰਜਾਬੀ 'ਚ ਕੈਸਰ ਕਹਿੰਦੇ ਨੇ, ਜੋ ਕੁਛ ਵੀ ਕਰਦਾ ਸੀਗਾ, ਤੇ ਹੁਣ ਬਾਅਦ ਦੇ ਵਿੱਚ ਉਹ ਇੰਤਜ਼ਾਰ ਕਰਦੇ ਸੀਗੇ ਬਈ ਹੁਣ ਲੋਕ ਸਾਡੀ ਵਾਹਵਾ ਕਰਨ, ਹੁਣ ਸਾਡੀ ਮਤਲਬ ਸਾਨੂੰ ਮਹਿਮਾ ਦੇਣ, ਸਾਡਾ ਨਾਮ ਉੱਚਾ ਹੋਵੇ ਹੈ। ਤੇ ਉੱਥੇ ਨਾਅਰੇ ਲੱਗਦੇ ਸੀਗੇ ਬੜੇ ਹੈ ਨਾ, ਰਾਜੇ ਦੀ ਜੈ ਹੋਵੇ, ਰਾਜੇ ਦੀ ਜੈ ਹੋਵੇ, ਰਾਜਾ ਖੁਸ਼ ਹੁੰਦਾ ਸੀਗਾ। ਸੋ ਪਹਿਲਾਂ ਤਾਂ ਰਜਿਸਟ ਕਰਦੇ ਹੁੰਦੇ ਸੀਗੇ, ਬਾਅਦ ਦੇ ਵਿੱਚ ਅਸੈਪਟ ਕਰਨ ਲੱਗ ਗਏ, ਤੇ ਬਾਅਦ ਦੇ ਵਿੱਚ ਐਕਸਪੈਕਟ ਕਰਦੇ ਸੀਗੇ ਕਿ ਇਹ ਹੋਵੇਗਾ, ਬਈ ਪਹਿਲਾਂ ਕੁਝ ਸਮਾਂ ਲਿਆ ਜਾਵੇ ਰਾਜੇ ਦੀ ਜੈ ਜੈਕਾਰ ਕਰਨ ਦੇ ਵਾਸਤੇ, ਬਾਅਦ ਦੇ ਵਿੱਚ ਫਿਰ ਹੋਰ ਲਿਆ ਜਾਵੇ। ਸੋ ਆਖਿਰ ਦੇ ਵਿੱਚ ਜਾ ਕੇ ਇਹ ਜਿਹੜੀ ਜੈ ਜੈਕਾਰ ਸੀਗੀ ਉਹ ਰੱਬੀ ਪੁਣੇ 'ਚ ਬਦਲ ਗਈ, ਜਾਣੀ ਕਿ ਇਹ ਨਾਮ ਦੇਣ ਲੱਗ ਗਿਆ ਵੀ ਉਹ ਤਾਂ ਰੱਬ ਆ ਜੀ ਸਾਡਾ। ਜਿਹੜੀ ਡੈਈਟੀ ਦੇ ਕਹਿ ਲਓ ਕਿ ਖੂਬੀਆਂ ਨੇ ਉਹ ਉਸ ਰਾਜੇ ਨੂੰ ਕਹਿਣ ਲੱਗੇ ਉਸ ਨਾਮ ਦੇ ਨਾਲ ਵੀ ਤਾਂ ਰੋਮ ਦਾ ਰਾਜਾ ਆ, ਰੋਮ ਦਾ ਰੱਬ ਆ। ਰਾਜੇ ਤੋਂ ਰੱਬ ਦਾ ਨਾਮ ਦੇਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ। ਤੇ ਬਾਅਦ ਵਿੱਚ ਜਾ ਕੇ ਕੀ ਹੋਇਆ, ਇਹ ਕੰਮ ਗੌਰਮੈਂਟ ਨੇ ਕੰਪਲਸਰੀ ਕਰਤਾ ਬਈ ਜਦ ਤੱਕ ਸਾਰੀ ਦੁਨੀਆ, ਸਾਰੇ ਰੋਮ ਦੇ ਵਾਸੀ ਗੋਡੀਆਂ ਲਾ ਕੇ ਰੋਮ ਦੇ ਰਾਜੇ ਦੇ ਸਾਹਮਣੇ, ਰੋਮ ਦੇ ਰੱਬ ਦੇ ਸਾਹਮਣੇ ਜੈ ਜੈਕਾਰ ਨਾ ਕਰਨ ਤੇ ਉਹਨੂੰ ਸਾਰੀ ਦੁਨੀਆ ਦਾ ਰਾਜਾ ਕਿਹਾ ਜਾਵੇ, ਦੁਨੀਆ ਦਾ ਰੱਬ ਕਿਹਾ ਜਾਵੇ, ਕੰਪਲਸਰੀ ਕਰਤਾ ਸੀਗਾ ਜੀ ਇਹ। ਇੱਥੋਂ ਦੇ ਕਰਕੇ ਉਹਨਾਂ ਦੇ ਸਟੈਚੂਸ ਵੀ ਬਣੇ, ਬਹੁਤ ਬੁੱਤ ਬਣੇ ਵੱਡੇ, ਤੇ ਬੁੱਤਾਂ ਦੇ ਸਾਹਮਣੇ ਸਾਰਿਆਂ ਨੇ ਗੋਡੀਆਂ ਲਾ ਕੇ ਉਹਨੂੰ ਰੱਬ ਕਹਿਣਾ, ਇੱਦਾਂ ਦੀ ਗੱਲਾਂ ਸ਼ੁਰੂ ਹੋ ਗਿਆ ਸੀ। ਇਹ ਉਦੋਂ ਦਾ ਸਮੇਂ ਸੀਗਾ
ਜਦੋਂ ਇਹ ਪਰਸੀਕਿਊਸ਼ਨ ਸਟਾਰਟ ਹੋਈ। ਉਸ ਸਮੇਂ ਦੀ ਗੱਲ ਹੈ ਕਿ ਜਦੋਂ ਯਹੰਨਾ ਜਿਹੜਾ ਸੀਗਾ ਉਹਨੂੰ ਕੈਦੀ ਬਣਾ ਕੇ ਲੈ ਗਏ ਸੀਗੇ ਪੈਟਮਸ ਆਈਲੈਂਡ ਦੇ ਵਿੱਚ। ਕਿਉਂਕਿ ਉੱਥੇ ਜੈ ਜੈਕਾਰ ਚੱਲ ਰਹੀ ਸੀਗੀ, ਉੱਥੇ ਮਹਿਮਾ ਚੱਲ ਰਹੀ ਸੀਗੀ ਰਾਜਾਂ ਦੀ, ਤੇ ਯਹੰਨਾ ਨੇ ਇਨਕਾਰ ਕਰ ਦਿੱਤਾ ਸੀਗਾ ਕਿ ਨਹੀਂ, ਮੈਂ ਸਿਰਫ ਆਪਣੀਆਂ ਗੋਡੀਆਂ ਸੱਚੇ ਪ੍ਰਮਾਤਮਾ ਸੱਚੇ ਰੱਬ ਦੇ ਸਾਹਮਣੇ ਲਾਵਾਂਗਾ। ਤੇ ਉੱਥੇ ਉਹਨੂੰ ਕੈਦ ਕਰਕੇ ਲੈ ਕੇ ਗਏ ਸੀਗੇ ਪੈਟਮਸ ਦੇ ਵਿੱਚ। ਤੇ ਪਿੱਛੇ ਸਮੀਰਨਾ ਸਿਟੀ ਦੇ ਵਿੱਚ ਬਹੁਤ ਸਾਰੇ ਅਤਿਆਚਾਰ ਹੋਣ ਲੱਗੇ, ਪ੍ਰੋਸੀਕਿਊਸ਼ਨਸ ਹੋਣ ਲੱਗੇ, ਉਹਨਾਂ ਨੂੰ ਤਰਫਾਣਾ ਸ਼ੁਰੂ ਕਰ ਦਿੱਤਾ। ਉੱਥੇ ਦਾ ਜਿਹੜਾ MP ਸੀਗਾ ਜਾਂ ਉੱਥੇ ਦੇ ਜਿਹੜੇ ਪੋਲੀਟੀਕਲ ਸੀਗੇ ਲੋਕ, ਪੋਲੀਟੀਸ਼ੀਅਨ ਸੀਗੇ, ਉਹ ਜ਼ਬਰਦਸਤੀ ਉਹਨਾਂ ਨੂੰ ਕਹਿੰਦੇ ਸੀਗੇ ਕਿ ਤੁਸੀਂ ਆਪਣੇ ਮੂੰਹ ਦੇ ਵਿੱਚੋਂ ਇਕਰਾਰ ਕਰੋ ਕਿ ਸੇਸਰ ਹੀ ਰੱਬ ਆ, ਸੇਸਰ ਹੀ ਰਾਜਾਂ ਦਾ ਰਾਜਾ ਆ ਜਾਂ ਪ੍ਰਭੂਆਂ ਦਾ ਪ੍ਰਭੂ ਆ, ਉਹਨੂੰ ਸਾਰੀ ਮਹਿਮਾ ਦਿਓ, ਗੋਡੀਆਂ ਲਾਓ ਉਹਦੇ ਬੁੱਤ ਦੇ ਸਾਹਮਣੇ। ਤੇ ਸਮਿਰਨਾ ਦਾ ਜਿਹੜਾ ਚਰਚ ਸੀਗਾ, ਵਿਸ਼ਵਾਸੀ ਜਿਹੜੇ ਸੀਗੇ ਉਹ ਇਨਕਾਰ ਕਰਦੇ ਸੀ। ਤੇ ਜਦੋਂ ਉਹਨਾਂ ਨੇ ਇਨਕਾਰ ਕਰਨਾ ਸ਼ੁਰੂ ਕੀਤਾ, ਤਦੋਂ ਫਿਰ ਉੱਥੇ ਭਰਾਵਾਂ ਤੇ ਭੈਣਾਂ ਐਸੀ ਪਰਸੀਕਿਊਸ਼ਨ ਸ਼ੁਰੂ ਹੋਈ ਕਿ ਉਹ ਪਰਸੀਕਿਊਸ਼ਨ ਜ਼ਿਆਦਾ ਪੋਲੀਟੀਕਲ ਪਰਸੀਕਿਊਸ਼ਨ ਸੀਗੀ ਭਰਾਵਾਂ ਤੇ ਭੈਣਾਂ। ਉਹਨਾਂ ਦੇ ਉੱਤੇ ਇੱਕ ਪਹਿਲੇ ਨੰਬਰ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰੈਸ਼ਰਾਈਜ਼ ਕੀਤਾ ਜਾਂਦਾ ਸੀਗਾ, ਪ੍ਰੈਸ਼ਰ ਦੇ ਵਿੱਚੋਂ ਨਹੀਂ ਗੁਜ਼ਰ ਰਹੇ ਸੀਗੇ। ਦੂਸਰੇ ਨੰਬਰ ਤੇ ਉਹ ਪੋਵਰਟੀ ਜਾਣੀ ਕਿ ਗਰੀਬੀ ਦੇ ਵਿੱਚੋਂ ਨਹੀਂ ਗੁਜ਼ਰ ਰਹੇ ਸੀ। ਤੀਸਰੇ ਨੰਬਰ ਤੇ ਉਹ ਪਰਸੀਕਿਊਸ਼ਨ ਦੇ ਵਿੱਚ ਨਹੀਂ ਗੁਜ਼ਰ ਰਹੇ ਸੀਗੇ। ਬਹੁਤ ਹੀ ਜ਼ਿਆਦਾ ਟ੍ਰਿਬੂਲੇਸ਼ਨਸ ਉਹਨਾਂ ਉੱਤੇ ਭੇਜੀਆਂ ਜਾ ਰਹੀਆਂ ਸੀਗੀਆਂ, ਉਹਨਾਂ ਨੂੰ ਤਰਫਾਇਆ ਜਾ ਰਿਹਾ ਸੀਗਾ ਬਹੁਤ ਜ਼ਿਆਦਾ। ਇੱਥੋਂ ਦੇ ਕੇ ਭਰਾਵਾਂ ਤੇ ਭੈਣਾਂ ਉਹਨਾਂ ਨੂੰ ਇੱਕ ਚੜਖੀਆਂ ਬਣਾਈਆਂ ਜਾਂਦੀਆਂ ਸੀਗੀਆਂ, ਗੋਲ ਜਿੱਦਾਂ ਪਹੀਏ ਹੁੰਦੇ ਨੇ ਵੱਡੇ ਪਹੀਏ, ਉਹਨਾਂ ਨੂੰ ਪਹੀਆਂ ਦੇ ਉੱਤੇ ਬੰਨ੍ਹ ਕੇ ਪੈਰ ਉਹਨਾਂ ਦੇ ਥੱਲੇ ਬੰਨ੍ਹ ਦਿੱਤੇ ਜਾਂਦੇ ਸੀ, ਉਹਨੂੰ ਖਿੱਚਿਆ ਜਾਂਦਾ ਸੀਗਾ। ਤੇ ਉਹਨਾਂ ਨੂੰ ਪੁੱਛਦੇ ਹੁੰਦੇ ਸੀਗੇ ਵੀ ਤੁਸੀਂ ਮੰਨਦੇ ਹੈਗੇ ਹੋ ਸੇਸਰ ਨੂੰ ਵੀ ਉਹ ਰਾਜ ਆਇਆ? ਉਹ ਕਹਿੰਦੇ ਸੀ ਵੀ ਉਹ ਰੱਬ ਆ। ਤੇ ਉਹ ਕਹਿੰਦੇ ਸੀ ਨਹੀਂ, ਤੇ ਉਹਨੂੰ ਖਿੱਚਦੇ ਸੀਗੇ, ਹੋਰ ਖਿੱਚਦੇ ਸੀਗੇ, ਐਂ ਤੜਫਾ ਕੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰਦੇ ਸੀਗੇ, ਜਦ ਤੱਕ ਉਹਨਾਂ ਦੂਸਰੇ ਪਾਸੇ ਸੰਗਲ ਤੇ ਉਰਲੇ ਪਾਸੇ ਸੰਗਲ, ਜਦ ਤੱਕ ਉਹਨਾਂ ਦੇ ਜਿਹੜੀਆਂ ਹੱਡੀਆਂ ਸੀਗੀਆਂ ਇੱਕ ਦੂਜੇ ਤੋਂ ਅਲੱਗ ਨਾ ਹੋ ਜਾਣ, ਤੇ ਜਿਹੜੇ ਮਸਲ ਸੀਗੇ ਉਹ ਟੁੱਟ ਜਾਂਦੇ ਸੀਗੇ ਤੇ ਪਾਟ ਜਾਂਦੇ ਸੀਗੇ। ਇਸ ਤਰ੍ਹਾਂ ਉਹਨਾਂ ਦੀ ਡੈਥ ਹੁੰਦੀ ਸੀਗੀ। ਤੇ ਇਹ ਤੋਂ ਇਲਾਵਾ ਉਹਨਾਂ ਨੂੰ ਹੋਰ ਵੀ ਜ਼ਿਆਦਾ ਟੌਰਚਰ ਕੀਤਾ ਜਾਂਦਾ ਸੀਗਾ। ਮੱਚਦੇ ਹੋਏ ਉਬਲਦੇ ਹੋਏ ਤੇਲ ਦੇ ਵਿੱਚ ਉਹਨਾਂ ਨੂੰ ਪਾਇਆ ਜਾਂਦਾ ਸੀਗਾ। ਸੋ ਬਹੁਤ ਹੀ ਜ਼ਿਆਦਾ ਕ੍ਰਿਸਚਨਸ ਪਰਸੀਕਿਊਸ਼ਨ ਦੇ ਵਿੱਚੋਂ ਦੀ ਗੁਜ਼ਰੇ, ਤੇ ਜਿਨ੍ਹਾਂ ਨੂੰ ਇਹਨਾਂ ਤੇਲਾਂ ਦੇ ਵਿੱਚੋਂ ਜਦ ਮੱਚਦੇ ਹੋਏ ਕੜਾਹੇ ਤੇਲ ਦੇ ਭਰ ਕੇ ਉਹਦੇ ਵਿੱਚ ਪਾਇਆ ਜਾਂਦਾ ਸੀਗਾ ਤੇ ਤਰਫਾਇਆ ਜਾਂਦਾ ਸੀਗਾ, ਤਾਂ ਕਿ ਉਹ ਸੱਚੇ ਰੱਬ ਨੂੰ ਛੱਡ ਕੇ ਸੈਸਰ ਇੰਪੈਰਰ ਜਿਹੜਾ ਸੀਗਾ, ਇੰਪੈਰਾਡੋਰ ਜਿਹੜਾ ਸੀਗਾ, ਉਹਨੂੰ ਰੱਬ ਮੰਨ ਲੈਣ। ਤੇ ਤੀਸਰੀ ਜਿਹੜਾ ਅਤਿਆਚਾਰ ਉਹਨਾਂ 'ਤੇ ਕੀਤਾ ਜਾਂਦਾ ਸੀਗਾ ਕਿ ਬਹੁਤ ਵੱਡੇ ਸਟੇਡੀਅਮ ਦੇ ਵਿੱਚ, ਜਿਹਦੇ ਵਿੱਚ 40,000 50,000 ਲੋਕ ਬੈਠੇ ਸੀਗੇ, ਤਾੜੀਆਂ ਮਾਰਦੇ ਸੀ, ਸ਼ੇਰ ਛੱਡਿਆ ਜਾਂਦਾ ਸੀਗਾ। ਤੇ ਸ਼ੇਰਾਂ ਦੇ ਸਾਹਮਣੇ ਫਿਰ ਉਹ ਕ੍ਰਿਸਚਨ ਜਿਹੜੇ ਸੀ ਵਿਸ਼ਵਾਸੀ ਉਹ ਛੱਡਦੇ ਜਾਂਦੇ ਸੀਗੇ। ਤੇ ਉਹ ਕ੍ਰਿਸਚਨ ਵਿਸ਼ਵਾਸੀ ਸ਼ਾਇਦ ਇੱਧਰ ਉੱਧਰ ਭੱਜਦੇ ਸੀ ਜਾਂ ਚੀਕਾਂ ਮਾਰਦੇ ਸੀ, ਤੇ ਲੋਕ ਤਾੜੀਆਂ ਮਾਰਦੇ ਸੀ, ਜਦ ਤੱਕ ਸ਼ੇਰ ਆ ਕੇ ਉਹਨਾਂ ਨੂੰ ਪਾੜ ਕੇ ਖਾ ਨਾ ਜਾਂਦੇ ਸੀਗੇ। ਸੋ ਇਸ ਤਰ੍ਹਾਂ ਦੇ ਕਹਿ ਲਓ ਕਿ ਟੌਰਚਰ ਜਿਹੜੇ ਸੀਗੇ। ਇੱਕ ਜਿਹੜਾ ਬਹੁਤ ਹੀ ਜ਼ਬਰਦਸਤ ਟੌਰਚਰ ਸਮਿਰਨਾ ਚਰਚ ਵਿੱਚ ਹੋ ਰਿਹਾ ਸੀਗਾ, ਜਾਣੀ ਕਿ ਇਸ ਸਿਟੀ ਦੇ ਵਿੱਚ, ਉਹ ਇਹ ਸੀਗਾ ਭਰਾਵਾਂ ਤੇ ਭੈਣਾਂ ਕਿ ਉਹਨਾਂ ਨੂੰ ਅੱਗ ਦੇ ਵਿੱਚ ਨਹੀਂ ਜਾਲਿਆ ਜਾਂਦਾ ਸੀਗਾ, ਬਲਕਿ ਕੋਲੇ ਗਰਮ ਕਰਕੇ ਕਹਿ ਲਓ ਤੁਸੀਂ ਜਿਹੜੀਆਂ ਆਪਣੀਆਂ ਲੱਕੜਾਂ ਹੈਗੀਆਂ ਗਰਮ ਕਰਕੇ ਤੇ ਸੀਖਾਂ ਤੇ ਬੰਨ੍ਹ ਕੇ ਉਹਦੇ ਉੱਪਰ ਉਹਨਾਂ ਨੂੰ ਰੋਟੇਟ ਕੀਤਾ ਜਾਂਦਾ ਸੀਗਾ। ਜਾਣੀ ਕਿ ਉਹ ਇੱਕਦਮ ਨਹੀਂ ਮਰਦੇ ਸੀ, ਬਹੁਤ ਹੀ ਜ਼ਿਆਦਾ ਤਰਫ ਕੇ ਮਰਦੇ ਸੀਗੇ, ਤਰਫ ਕੇ ਭੁੰਨੇ ਜਾਂਦੇ ਸੀ, ਯਾਨੀ ਕਿ ਭੁੰਨ ਕੇ ਮਰਦੇ ਸੀਗੇ ਉਹ। ਇਹ ਸਭ ਤੋਂ ਜ਼ਿਆਦਾ ਖਤਰਨਾਕ ਟੌਰਚਰ ਹੈਗਾ ਆ, ਜਿਹਦੇ ਵਿੱਚੋਂ ਦੀ ਬਹੁਤ ਸਾਰੇ ਵਿਸ਼ਵਾਸੀ ਗੁਜ਼ਰੇ ਸਮਿਰਨਾ ਦੇ ਚਰਚ ਦੇ ਵਿੱਚੋਂ। ਭਰਾਵਾਂ ਤੇ ਭੈਣਾਂ, ਲੇਕਿਨ ਆਓ ਦੇਖੀਏ ਭਰਾਵਾਂ ਤੇ ਭੈਣਾਂ ਪ੍ਰਭੂ ਯਿਸੂ ਮਸੀਹ ਜੀ ਨੇ ਕੀ ਆਖਿਆ ਇਸ ਚਰਚ ਨੂੰ। ਦੇਖਾਂਗੇ ਰੈਵਲੇਸ਼ਨ ਚੈਪਟਰ 2 ਵਰਸ 9 ਦੇਖਾਂਗੇ ਪ੍ਰਭੂ ਯਿਸੂ ਨੇ ਕੀ ਕਿਹਾ ਇਹਦੇ ਵਿੱਚ। ਜੀ ਹਾਂ, ਮੈਂ ਤੇਰੇ ਦੁੱਖ ਅਤੇ ਗਰੀਬੀ ਨੂੰ ਜਾਣਦਾ ਹਾਂ, ਪਰ ਬੇਸ਼ੱਕ ਅਸਲ ਵਿੱਚ ਤੂੰ ਅਮੀਰ ਹੈ। ਮੈਂ ਉਸ ਨਿੰਦਾ ਨੂੰ ਵੀ ਜਾਣਦਾ ਜੋ ਤੇਰੀ ਉਹਨਾਂ ਦੁਆਰਾ ਹੋ ਰਹੀ ਹੈ, ਜੋ ਕਹਿੰਦੇ ਤਾਂ ਪ੍ਰਭੂ ਯਿਸੂ ਮਸੀਹ ਜੀ ਨੇ ਇਹ ਚਰਚ ਨੂੰ ਕਿਹਾ ਕਿ ਮੈਂ ਜਾਣਦਾ ਆ ਐਸ ਟ੍ਰਿਬੂਲੇਸ਼ਨ ਨੂੰ, ਮੈਂ ਜਾਣਦਾ ਆ ਤੇਰੇ ਕੰਮਾਂ ਨੂੰ, ਮੈਂ ਜਾਣਦਾ ਆ ਜਿਹੜੀ ਪੋਵਰਟੀ ਦੇ ਵਿੱਚੋਂ ਤੂੰ ਗੁਜ਼ਰ ਰਿਹਾ ਆ, ਮੈਂ ਜਾਣਦਾ ਆ। ਪ੍ਰਭੂ ਯਿਸੂ ਮਸੀਹ ਜੀ ਨੇ ਆਖਿਆ ਇਹਨੂੰ ਕਿ ਕਿਉਂਕਿ ਪ੍ਰਭੂ ਯਿਸੂ ਮਸੀਹ ਜੀ ਨੇ ਸਿੱਧਾ ਉਹਨਾਂ ਨੂੰ ਇਹ ਸੰਦੇਸ਼ ਦਿੱਤਾ, 3 ਚੀਜ਼ਾਂ ਉਹਨਾਂ ਨੂੰ ਦੱਸੀਆਂ ਕਿ ਮੈਂ ਜਾਣਦਾ ਕਿ ਤੂੰ ਪ੍ਰੈਸ਼ਰ ਥੱਲੋਂ ਜਾ ਰਿਹਾ ਆ, ਮੈਂ ਜਾਣਦਾ ਤੂੰ ਪੋਵਰਟੀ ਥੱਲੋਂ ਜਾ ਰਿਹਾ, ਮੈਂ ਜਾਣਦਾ ਤੂੰ ਪਰਸੀਕਿਊਸ਼ਨ ਥੱਲੋਂ ਨਹੀਂ ਜਾ ਰਿਹਾ ਹੈਗਾ। ਸੋ ਪ੍ਰਭੂ ਯਿਸੂ ਮਸੀਹ ਜੀ ਇੱਕ ਕੌਂਸਲ ਕਰਦੇ ਹੈਗੇ ਨੇ ਉਸ ਚਰਚ ਨੂੰ। ਪੜ੍ਹਾਂਗੇ ਕਿਹੜੀਆਂ 2 ਚੀਜ਼ਾਂ ਦੇ ਨਾਲ ਕੌਂਸਲ ਕੀਤਾ ਪ੍ਰਭੂ ਯਿਸੂ ਨੇ। 10ਵੇਂ ਵਰਸ ਵਿੱਚ ਦੇਖਾਂਗੇ, ਚੈਪਟਰ 2 ਵਰਸ 10 ਦੇ ਵਿੱਚ ਦੇਖਾਂਗੇ, ਜਿਹਦੇ ਵਿੱਚ ਪ੍ਰਭੂ ਯਿਸੂ ਨੇ ਕੋਈ ਖਾਸ ਗੱਲ ਕਹੀ, ਬਹੁਤ ਜ਼ਬਰਦਸਤ ਗੱਲ ਆਓ ਦੇਖਾਂਗੇ। ਹਾਂਜੀ,
ਉਸ ਦੁੱਖ ਤੋਂ ਨਾ ਡਰ ਜੋ ਤੇਰੇ ਤੇ ਆਉਣ ਵਾਲਾ ਹੈ। ਸ਼ੈਤਾਨ ਤੁਹਾਨੂੰ ਪਰਤਿਆਵੇਗਾ ਅਤੇ ਉਹ ਦੁੱਖ ਤੋਂ ਨਾ ਡਰ, ਉਸ ਦੁੱਖ ਤੋਂ ਨਾ ਡਰ। ਪ੍ਰਭੂ ਨੇ ਕਿਹਾ ਨਾ ਡਰ। ਤੂੰ ਪਰਤਿਆਵੇ ਦੇ ਵਿੱਚੋਂ ਦੀ ਗੁਜ਼ਰਦਾ ਆ, ਪ੍ਰਭੂ ਨੇ ਕਿਹਾ ਨਾ ਡਰ। ਤੂੰ ਤਕਲੀਫ ਦੇ ਵਿੱਚੋਂ ਨਹੀਂ ਗੁਜ਼ਰ ਰਿਹਾ, ਪ੍ਰਭੂ ਕਹਿੰਦਾ ਨਾ ਡਰ। ਤੂੰ ਗਰੀਬੀ ਦੇ ਵਿੱਚੋਂ ਨਹੀਂ ਗੁਜ਼ਰ ਰਿਹਾ, ਪ੍ਰਭੂ ਕਹਿੰਦਾ ਨਾ ਡਰ। ਤੇਰੇ ਉੱਤੇ ਤਸੀਹੇ ਆ ਰਹੇ ਨੇ, ਪ੍ਰਭੂ ਕਹਿੰਦੇ ਨਾ ਡਰ। ਆਮੇਨ। ਕੁਛ ਵੀ ਆ ਰਿਹਾ ਆ, ਨਾ ਡਰ। ਯਾਦ ਰੱਖ, ਪ੍ਰਭੂ ਤੇਰਾ ਪਰਮੇਸ਼ਰ ਤੇਰੇ ਨਾਲ ਆ। ਆਮੇਨ। ਇੱਕ ਕੋਰੀ ਟੁਨਬੋ ਇੱਕ ਲੇਡੀ ਹੋਈ ਸੀਗੀ, ਤੇ ਉਹਦੀ ਭੈਣ ਸਿਸਟਰ ਸੀਗੀ, ਬੈਥਸੀ ਕਰਕੇ ਨਾਮ ਸੀਗਾ ਉਹਦਾ। ਇਹ ਯਹੂਦੀ ਦੋਨੋਂ ਭੈਣਾਂ ਸੀਗੀਆਂ, ਤੇ ਇਹਨਾਂ ਨੇ ਪ੍ਰਭੂ ਯਿਸੂ ਨੂੰ ਜਾਣਿਆ ਸੀ। ਤੇ ਜਦੋਂ ਇਹ ਇੱਕ ਹਿਟਲਰ ਦੇ ਕੈਂਪ ਦੇ ਵਿੱਚ ਬੰਦ ਸੀਗੀਆਂ, ਜਰਮਨੀ ਦੇ ਵਿੱਚ ਸ਼ਾਇਦ, ਤੇ ਉੱਥੇ ਲੋਕਾਂ ਨੂੰ ਮਾਰਿਆ ਜਾ ਰਿਹਾ ਸੀਗਾ। ਤੇ ਇਸੇ ਤਰ੍ਹਾਂ ਇੱਕ ਵਾਰ ਬੈਥਸੀ ਜਿਹੜੀ ਛੋਟੀ ਭੈਣ ਸੀਗੀ ਕੋਰੀ ਟੁਨਬੋ ਦੀ, ਉਹਦੇ ਵੱਲ ਨੂੰ ਆਈ ਤੇ ਆ ਕੇ ਕਹਿੰਦੀ ਹੈਗੀ ਆ ਬਈ, ਬਲਕਿ ਉਹਨੂੰ ਕਹਿੰਦੀ ਹੈਗੀ ਆ ਵੀ ਮੈਂ ਬਹੁਤ ਡਰਦੀ ਹਾਂ ਵੀ ਜਦੋਂ ਮੈਨੂੰ ਮਾਰਨ ਵਾਸਤੇ ਲੈ ਕੇ ਜਾਇਆ ਜਾਵੇਗਾ, ਮੈਨੂੰ ਨਹੀਂ ਪਤਾ ਕਿ ਮੈਂ ਸਹਿ ਸਕਾਂਗੀ ਜਾਂ ਨਹੀਂ। ਮੈਨੂੰ ਨਹੀਂ ਪਤਾ ਕਿ ਮੈਂ ਇਹ ਪਰਤਿਆਵਾ ਸਹਿ ਸਕਾਂਗੀ, ਇਹ ਦੁੱਖ ਸਹਿ ਸਕਾਂਗੀ ਜਾਂ ਨਹੀਂ। ਤੇ ਉਹਦੀ ਭੈਣ ਉਹਨੂੰ ਦਿਲਾਸਾ ਦਿੰਦੀ ਹੈ ਤੇ ਉਹਨੂੰ ਕਹਿੰਦੀ ਆ ਵੀ ਜਦੋਂ ਆਪਾਂ ਟਰੈਵਲ ਕਰਦੇ ਹੁੰਦੇ ਸੀਗੇ, ਯਾਦ ਆ ਜਦੋਂ ਆਪਾਂ ਟਰੈਵਲ ਕਰਦੇ ਹੁੰਦੇ ਸੀਗੇ, ਆਪਾਂ ਜਾਣਾ ਹੁੰਦਾ ਸੀਗਾ ਟ੍ਰੇਨ ਫੜ ਕੇ ਕਿਸੇ ਪਾਸੇ, ਤੇ ਉਦੋਂ ਆਪਾਂ ਜਿਹੜੀ ਟਿਕਟ ਖਰੀਦਦੇ ਹੁੰਦੇ ਸੀਗੇ, ਉਹ ਟਿਕਟ ਆਪਾਂ ਕਿੰਨੇ ਕੁ ਚਿਰ ਪਹਿਲਾਂ ਖਰੀਦਦੇ ਹੁੰਦੇ ਸੀਗੇ। ਤੇ ਉਹਦੀ ਭੈਣ ਕਹਿੰਦੀ ਵੀ ਬਸ 1-2 ਹਫ਼ਤੇ ਪਹਿਲਾਂ ਹੀ, ਹੈ ਨਾ। ਤੇ ਉਹ ਕਹਿੰਦੀ ਹਾਂ, ਸਿਰਫ ਉਦੋਂ ਹੀ 1-2 ਹਫ਼ਤੇ ਪਹਿਲਾਂ ਹੀ ਪੈਸੇ ਆਉਂਦੇ ਸੀਗੇ ਆਪਾਂ ਆਪਣੇ ਕੋਲੇ, ਤੇ ਆਪਾਂ ਉਹ ਖਰੀਦ ਕੇ ਟਰੈਵਲ ਕਰਦੇ ਸੀਗੇ। ਸਾਰਾ ਸਾਲ ਆਪਣੇ ਕੋਲ ਪੈਸੇ ਨਹੀਂ ਹੁੰਦੇ ਸੀ, ਖਾਣ ਪੀਣ ਨੂੰ ਨਹੀਂ ਪੈਸੇ ਹੁੰਦੇ ਸੀਗੇ, ਲੇਕਿਨ ਜਦੋਂ ਆਪਾਂ ਟਰੈਵਲ ਕਰਨਾ ਹੁੰਦਾ ਸੀ, ਕਿਸੇ ਨਾ ਕਿਸੇ ਪਾਸੋਂ ਪੈਸੇ ਆ ਜਾਂਦੇ ਸੀਗੇ ਹਮੇਸ਼ਾ। ਤੇ ਬਿਲਕੁਲ ਉਸੇ ਤਰ੍ਹਾਂ ਉਹ ਕਹਿੰਦੀ, ਜਦੋਂ ਤੇਰੇ ਉੱਤੇ ਐਸਾ ਕੋਈ ਪਰਤਿਆਵਾ ਆਵੇਗਾ, ਉਸ ਪਰਤਿਆਵੇ ਦੇ ਨਾਲ ਨਾਲ ਉਹਨੂੰ ਸਹਿਣ ਦੀ ਸ਼ਕਤੀ ਵੀ ਪਰਮੇਸ਼ਰ ਨੂੰ ਆਵੇਗੀ। ਜਿਹੜੀ ਵੀ ਮੁਸ਼ਕਿਲ ਵਿੱਚੋਂ ਦੀ ਤੂੰ ਗੁਜ਼ਰੇ, ਜਿਹੜੀ ਵੀ ਤਕਲੀਫ ਦੇ ਵਿੱਚੋਂ ਦੀ ਤੂੰ ਗੁਜ਼ਰੇ, ਪ੍ਰਭੂ ਉਸ ਦੇ ਨਾਲ ਨਾਲ ਸੋਲੂਸ਼ਨ ਵੀ ਤੈਨੂੰ ਦੇ ਦੇਵੇਗਾ। ਆਮੇਨ। ਸੋ ਇੱਥੇ ਪ੍ਰਭੂ ਯਿਸੂ ਮਸੀਹ ਜੀ ਕਹਿੰਦੇ ਨੇ ਨਾ ਡਰ, ਮੈਂ ਤੇਰੇ ਨਾਲ ਹਾਂ। ਆਮੇਨ। ਜੇ ਪ੍ਰਭੂ ਤੇਰੇ ਨਾਲ ਆ, ਪ੍ਰਭੂ ਖੁਦ ਤੈਨੂੰ ਹਿੰਮਤ ਦੇਵੇਗਾ, ਤਾਕਤ ਦੇਵੇਗਾ, ਦਿਲਾਸਾ ਦੇਵੇਗਾ, ਦਿਲੇਰੀ ਦੇਵੇਗਾ, ਤਾਂ ਕਿ ਜਿਹੜੀ ਮਰਜ਼ੀ ਤਕਲੀਫ ਪਰਤਿਆਵੇ ਦੇ ਵਿੱਚੋਂ ਤੂੰ ਗੁਜ਼ਰ ਰਿਹਾ ਹੋਵੇਂ ਜਾਂ ਗੁਜ਼ਰ ਰਹੀ ਹੋਵੇਂ, ਸੱਚਾ ਪਰਮਾਤਮਾ ਪਰਮੇਸ਼ਰ ਤੇਰੇ ਨਾਲ ਹੋਵੇਗਾ। ਆਮੇਨ। ਦੇਖਾਂਗੇ ਪ੍ਰਭੂ ਦੇ ਬਣੋ ਆਪਾਂ ਨਾ ਡਰ। 10ਵਾਂ ਵਰਸ ਦੇਖਾਂਗੇ ਇੱਕ ਵਾਰ ਫਿਰ। ਇਸ ਵਰਸ ਦੇ ਐਂਡ ਦੇ ਵਿੱਚ ਦੂਸਰੀ ਗੱਲ ਪ੍ਰਭੂ ਯਿਸੂ ਨੇ ਕਹੀ, ਉਹਨਾਂ ਨੂੰ ਪੜਾਂਗੇ। ਉਸ ਦੁੱਖ ਤੋਂ ਨਾ ਡਰ ਜੋ ਤੇਰੇ ਤੇ ਆਉਣ ਵਾਲਾ ਹੈ। ਸ਼ੈਤਾਨ ਤੁਹਾਨੂੰ ਪਰਤਿਆਵੇਗਾ ਅਤੇ ਤੁਹਾਡੇ ਵਿੱਚੋਂ ਕੁਝ ਨੂੰ ਕੈਦ ਵਿੱਚ ਸੁੱਟ ਦੇਵੇਗਾ। ਤੁਹਾਡੇ ਤੇ ਇਹੋ ਜਿਹੇ ਦੁੱਖ 10 ਦਿਨਾਂ ਤੱਕ ਰਹਿਣਗੇ, ਪਰ ਤੁਸੀਂ ਮੌਤ ਤੱਕ ਵੀ ਮੇਰੇ ਆਗਿਆਕਾਰ ਰਹਿਣਾ ਤਾਂ ਮੈਂ ਤੁਹਾਨੂੰ ਜੀਵਨ ਤਾਜ ਦੇਵਾਂਗਾ। ਹਾਲੇਲੂਇਆ। ਮੇਰੇ ਆਗਿਆਕਾਰ ਰਹਿਣਾ, ਬੀ ਫੇਥਫੁਲ। ਇਹ ਦੂਸਰਾ ਦਿਲਾਸਾ ਪ੍ਰਭੂ ਯਿਸੂ ਕਹਿੰਦੇ ਨੇ ਕਿ ਕੁਛ ਵੀ ਹੋ ਜਾਏ, ਜਸਟ ਬੀ ਫੇਥਫੁਲ। ਆਮੇਨ। ਜਦੋਂ ਵੀ ਤੁਹਾਨੂੰ ਇੱਕ ਕਹਾਣੀ ਬੜੀ ਜ਼ਬਰਦਸਤ ਆਪਾਂ ਸੁਣੀ ਹੈਗੀ ਆ ਤੇ ਪੜ੍ਹੀ ਵੀ ਹੈਗੀ ਆ ਕਿ ਕਿਸ ਤਰੀਕੇ ਦੇ ਨਾਲ ਉਹ ਲੇਖਕ ਜਿਹੜਾ ਹੈਗਾ ਲਿਖਦਾ ਹੈਗਾ ਉਸ ਕਹਾਣੀ ਨੂੰ, ਤੇ ਕਹਿੰਦਾ ਆ ਕਿ ਜਦੋਂ ਲਿਖ ਰਿਹਾ ਉਸ ਕਹਾਣੀ ਨੂੰ, ਕਹਿੰਦਾ ਆ ਕਿ ਉਹ ਪ੍ਰਭੂ ਯਿਸੂ ਮਸੀਹ ਜੀ ਦਾ ਹੱਥ ਫੜੀ ਤੁਰਿਆ ਜਾ ਰਿਹਾ ਹੈ, ਤੁਰਿਆ ਜਾ ਰਿਹਾ ਹੈ, ਤੁਰਿਆ ਜਾ ਰਿਹਾ ਹੈ, ਤੇ ਉਹਨੂੰ ਨਜ਼ਰ ਆ ਰਹੀਆਂ ਨੇ 2 ਪੈੜਾਂ, ਇੱਕ ਉਹਨੂੰ ਆਪਣੀ ਪੈੜ ਨਜ਼ਰ ਆ ਰਹੀ ਹੈ ਤੇ ਇੱਕ ਪ੍ਰਭੂ ਯਿਸੂ ਮਸੀਹ ਦੀ ਪੈੜ ਨਜ਼ਰ ਆ ਰਹੀ ਹੈ। ਆਮੇਨ। ਤੇ ਮੁਸ਼ਕਲ ਦਾ ਸਮਾਂ ਆ ਗਿਆ, ਤਕਲੀਫ ਦਾ ਸਮਾਂ ਆ ਗਿਆ, ਤੇ ਜਦੋਂ ਤਕਲੀਫ ਦਾ ਸਮਾਂ ਆ ਗਿਆ, ਮੁਸ਼ਕਲ ਦਾ ਸਮਾਂ ਆ ਗਿਆ, ਹੁਣ ਸਿਰਫ ਉਹਨੂੰ ਆਪਣੀ ਹੀ ਪੈੜ ਨਜ਼ਰ ਆ ਰਹੀ ਆ। ਹੁਣ ਪ੍ਰਭੂ ਯਿਸੂ ਮਸੀਹ ਦੀ ਪੈੜ ਨਜ਼ਰ ਨਹੀਂ ਆ ਰਹੀ, ਪੈਰਾਂ ਦੇ ਨਿਸ਼ਾਨ ਨਜ਼ਰ ਨਹੀਂ ਆ ਰਹੇ। ਜੋ ਤੁਰੀ ਜਾ ਰਿਹਾ, ਤੁਰੀ ਜਾ ਰਿਹਾ, ਤੁਰੀ ਜਾ ਰਿਹਾ, ਤੇ ਅੱਗੇ ਜਾ ਕੇ ਦੁਬਾਰਾ ਫੇਰ ਉਹਨੂੰ ਦੋਨੋਂ ਪੈਰਾਂ ਦੇ ਨਿਸ਼ਾਨ ਨਜ਼ਰ ਆਉਣ ਲੱਗ ਗਏ। ਤੇ ਉਹ ਪ੍ਰਭੂ ਯਿਸੂ ਮਸੀਹ ਜੀ ਨੂੰ ਮੁੜ ਕੇ ਕਹਿੰਦਾ ਹੈ ਕਿ ਪ੍ਰਭੂ ਜੀ, ਇਹ ਤੁਸੀਂ ਕੀ ਕੀਤਾ? ਹੁਣ ਜਦੋਂ ਮੁਸ਼ਕਲਾਂ ਖਤਮ ਹੋ ਗਈਆਂ, ਹੁਣ ਜਦੋਂ ਤਕਲੀਫਾਂ ਖਤਮ ਹੋ ਗਈਆਂ, ਹੁਣ ਦੁਬਾਰਾ ਮੈਂ ਤੁਹਾਡੇ ਪੈਰਾਂ ਦੇ ਨਿਸ਼ਾਨ ਨਜ਼ਰ ਆ ਰਹੇ ਹੈਗੇ ਨੇ ਮੈਨੂੰ, ਮੈਂ ਦੇਖ ਸਕਦਾ ਹਾਂ। ਲੇਕਿਨ ਪ੍ਰਭੂ ਜੀ, ਜਦੋਂ ਮੈਂ ਮੁਸ਼ਕਲ ਦੇ ਸਮੇਂ ਤੇ ਗੁਜ਼ਰ ਕੇ ਜਾ ਰਿਹਾ ਸੀ, ਤਕਲੀਫ ਦੇ ਸਮੇਂ ਤੇ ਗੁਜ਼ਰ ਕੇ ਜਾ ਰਿਹਾ ਸੀ, ਉਦੋਂ ਮੈਂ ਸਿਰਫ ਆਪਣੇ ਹੀ ਪੈਰਾਂ ਦੇ ਨਿਸ਼ਾਨ ਨਜ਼ਰ ਆ ਰਹੇ ਸੀ, ਮੈਨੂੰ ਹੋਰ ਤੁਹਾਡੇ ਪੈਰਾਂ ਦੇ ਨਿਸ਼ਾਨ ਨਜ਼ਰ ਨਹੀਂ ਆ ਰਹੇ ਸੀ। ਤੁਸੀਂ ਮੈਨੂੰ ਕਾਹਤੋਂ ਛੱਡ ਕੇ ਚਲੇ ਗਏ? ਇੰਨੀ ਮੁਸ਼ਕਲ ਦੇ ਸਮੇਂ ਦੇ ਵਿੱਚ ਜਿੱਥੇ ਮੈਨੂੰ ਥੋੜੀ ਲੋੜ ਸੀ, ਉੱਥੇ ਤੁਸੀਂ ਮੈਨੂੰ ਛੱਡ ਕੇ ਚਲੇ ਗਏ। ਤੇ ਪ੍ਰਭੂ ਯਿਸੂ ਮਸੀਹ ਜੀ ਕਹਿੰਦੇ ਨੇ, ਨਹੀਂ ਪੁੱਤ, ਆ ਜਿਹੜੇ ਤੈਨੂੰ ਪੈਰਾਂ ਦੇ ਨਿਸ਼ਾਨ ਨਜ਼ਰ ਆ ਰਹੇ ਸੀ, ਇਹ ਤੇਰੇ ਨਹੀਂ ਸੀ, ਇਹ ਮੇਰੇ ਸੀ।
ਕਿਉਂਕਿ ਉਸ ਸਮੇਂ ਮੈਂ ਤੈਨੂੰ ਚੁੱਕ ਕੇ ਆਪਣੀ ਬੁੱਕਲ ਦੇ ਵਿੱਚ ਲੈ ਲਿਆ ਸੀ। ਹਾਲੇਲੂਇਆ ਆਮੇਨ। ਥੈਂਕ ਯੂ ਜੀਸਸ ਬਿਲਕੁਲ ਉਸੇ ਤਰ੍ਹਾਂ ਪ੍ਰਭੂ ਦੇ ਭੈਣੋ, ਜਦੋਂ ਆਪਾਂ ਮੁਸ਼ਕਿਲ ਵਿੱਚੋਂ ਦੀ ਜਾਂਦੇ ਹਾਂ, ਤਕਲੀਫ ਦੇ ਵਿੱਚੋਂ ਦੀ ਜਾਂਦੇ ਹਾਂ, ਸੱਚਾ ਪਰਮਾਤਮਾ, ਰਾਜਾਂ ਦਾ ਰਾਜਾ, ਦੇ ਪ੍ਰਭੂਆਂ ਦੇ ਪ੍ਰਭੂ, ਪ੍ਰਭੂ ਯਿਸੂ ਮਸੀਹ ਜੀ ਆਪਾਂ ਨੂੰ ਚੁੱਕ ਕੇ ਆਪਣੀ ਬੁੱਕਲ ਦੇ ਵਿੱਚ ਲੈ ਲੈਂਦੇ ਨੇ। ਤੇ ਪ੍ਰਭੂ ਦੇ ਭੈਣੋ, ਉਹ ਕਿਸੇ ਪਾਸੋਂ ਵੀ ਆਪਣੇ ਉੱਤੇ ਕੋਈ ਗਰਮ ਹਵਾ ਨਹੀਂ ਲੱਗਣ ਦੇਣਗੇ। ਆਮੇਨ। ਉਹਨਾਂ ਨੇ ਆਖਿਆ ਆ, ਜਗਤ ਦੇ ਅੰਤ ਤੱਕ ਮੈਂ ਤੇਰੇ ਨਾਲ ਹਾਂ। ਆਮੇਨ। ਤੇਰੇ ਖਿਲਾਫ ਕੋਈ ਵੀ ਤੀਰ ਚੱਲਿਆ ਕਾਮਯਾਬ ਨਹੀਂ ਹੋਏਗਾ। ਆਮੇਨ। ਇਹ ਉਹ ਪਰਮੇਸ਼ਰ ਆ ਪ੍ਰਭੂ ਦੇ ਭੈਣੋ, ਜਿਹਨੇ ਆਪਣਾ ਨਾਮ ਆਪਣੀ ਹੱਥਾਂ ਦੀ ਥੈਲੀ ਦੇ ਵਿੱਚ ਲਿਖ ਕੇ ਰੱਖਿਆ ਹੋਇਆ ਆ। ਇਹ ਉਹ ਪਰਮੇਸ਼ਰ ਆ ਜਿਹੜਾ ਆਪਣੇ ਅੰਦਰੋਂ ਵੀ ਆਂਸੂ ਵੀ ਗਿਣਦਾ ਆ। ਇਹ ਉਹ ਪਰਮੇਸ਼ਰ ਆ ਪ੍ਰਭੂ ਦੇ ਭੈਣੋ, ਜਿਹੜੀਆਂ ਆਪਣੀਆਂ ਸੋਚਾਂ ਵੀ ਜਾਣਦਾ ਆ, ਆਪਣੇ ਦਿਲ ਦੀਆਂ ਧੜਕਣਾਂ ਤੇ ਦਿਲ ਦੀਆਂ ਉਮੀਦਾਂ ਮੁਰਾਦਾਂ ਵੀ ਜਾਣਦਾ ਆ। ਇਹ ਉਹ ਪਰਮੇਸ਼ਰ ਆ ਜਿਹੜੀਆਂ ਆਪਣੀਆਂ ਦੁਆਵਾਂ ਨੂੰ ਸੁਣਦਾ ਹੈ ਤੇ ਆਪਾਂ ਨੂੰ ਜਵਾਬ ਦਿੰਦਾ ਹੈ। ਇਹ ਕਹਿੰਦਾ ਬੀ ਫੇਥਫੁਲ, ਵਿਸ਼ਵਾਸ ਬਣਾਈ ਰੱਖ, ਓਬੀਡੀਐਂਟ ਰਹਿ, ਅੰਤ ਤੱਕ ਤੇ ਮੈਂ ਤੈਨੂੰ ਬਰਕਤ ਦੇਵਾਂਗਾ। ਇਹ ਦੋ ਕਾਉਂਸਲਸ ਪ੍ਰਭੂ ਯਿਸੂ ਨੇ ਦਿੱਤੇ ਹੈਗੇ ਨੇ। ਇਸ ਲੈਟਰ ਦੇ ਵਿੱਚ ਕੰਕਲੂਜਨ ਜਿਹੜਾ ਹੈਗਾ, ਇਹਦੇ ਵਿੱਚ ਆਪਾਂ ਨੂੰ 5 ਚੀਜ਼ਾਂ ਨਜ਼ਰ ਆ ਰਹੀਆਂ ਨੇ। ਹੁਣ ਤੁਸੀਂ ਕਹੋ ਪਾਸੇ ਗਿਣਤੀ ਦਾ ਵਰਸ 3 ਨੇ ਇਹ, ਤੇ 3 ਦੇ ਵਿੱਚ 5 ਚੀਜ਼ਾਂ ਕਿੱਦਾਂ ਨਜ਼ਰ ਆ ਸਕਦੀਆਂ ਨੇ? ਜੀ ਹਾਂ, 5 ਚੀਜ਼ਾਂ ਨਜ਼ਰ ਆ ਰਹੀਆਂ ਹੈਗੀਆਂ ਨੇ। ਸੋ ਪੜਾਂਗੇ ਆਪਾਂ। ਪਹਿਲੇ ਨੰਬਰ ਤੇ ਦੇਖਾਂਗੇ ਪ੍ਰਭੂ ਦੇ ਭੈਣੋ ਆਪਾਂ ਕਿ 8ਵਾਂ ਵਰਸ ਪੜਾਂਗੇ। ਆਓ ਦੇਖੀਏ ਜੀ। ਸਮਰੂਨੇ ਦੀ ਵਿਸ਼ਵਾਸ ਸੰਗਤ ਦੇ ਸਵਰਗਦੂਤ ਨੂੰ ਇਹ ਲਿਖ, ਇਹ ਉਸ ਦਾ ਸੰਦੇਸ਼ ਹੈ ਜੋ ਆਦ ਅਤੇ ਅੰਤ ਹੈ, ਜੋ ਮਰ ਗਿਆ ਸੀ ਪਰ ਹੁਣ ਫਿਰ ਜਿਉਂਦਾ ਹੈ। ਹਾਲੇਲੂਇਆ। ਵਾਹ, ਕਿਆ ਜ਼ੋਰਦਾਰ। ਇਹ ਕਿਹਦਾ ਸੰਦੇਸ਼ ਹੈ? ਇਹ ਕਿਸੇ ਰੋਮ ਦੀ ਗਵਰਨਮੈਂਟ ਦਾ ਸੰਦੇਸ਼ ਨਹੀਂਗਾ। ਹਾਂ, ਇਹ ਰਾਜਾਂ ਦਾ ਰਾਜਾ, ਪ੍ਰਭੂਆਂ ਦਾ ਪ੍ਰਭੂ, ਜੋ ਮਰ ਗਿਆ ਸੀ ਤੇ ਅੱਜ ਵੀ ਜਿਉਂਦਾ ਆ। ਇਹ ਉਸ ਦਾ ਸੰਦੇਸ਼ ਹੈ। ਆਮੇਨ। ਜਾਣੀ ਕਿ ਪ੍ਰਭੂ ਯਿਸੂ ਨੇ ਪਹਿਲੀ ਚੀਜ਼ ਸਮਿਰਨਾ ਦੇ ਲੋਕਾਂ ਨੂੰ ਦੱਸੀ ਕਿ ਜਿਹੜੀ ਰੈਪੂਟੇਸ਼ਨ ਜਿਹੜੀ ਤੈਨੂੰ ਕ੍ਰਾਈਸਟ ਦਿੰਦਾ ਆ, ਇਹ ਰੈਪੂਟੇਸ਼ਨ ਰੋਮ ਦੀ ਗਵਰਨਮੈਂਟ ਦੇ ਨਾਲੋਂ ਵੀ ਜ਼ਿਆਦਾ ਇੰਪੋਰਟੈਂਟ ਹੈ। ਆਮੇਨ। ਜੋ ਪ੍ਰਭੂ ਯਿਸੂ ਮਸੀਹ ਜੀ ਰੈਪੂਟੇਸ਼ਨ ਆ, ਜੋ ਪ੍ਰਭੂ ਯਿਸੂ ਮਸੀਹ ਜੀ ਦਾ ਨਾਮ ਹੈ, ਜੋ ਖੁਦ ਪ੍ਰਭੂ ਯਿਸੂ ਮਸੀਹ ਜੀ ਨੇ ਜਿਹੜੇ ਮਰ ਗਏ ਸੀ ਤੇ ਮੁਰਦਿਆਂ ਤੋਂ ਜੀ ਉੱਠੇ ਨੇ, ਉਹਨਾਂ ਦਾ ਨਾਮ, ਉਹਨਾਂ ਦੀ ਰੈਪੂਟੇਸ਼ਨ ਜਿਹੜੀ ਆ ਰੋਮ ਦੇ ਲੋਕਾਂ ਤੋਂ ਵੀ ਜ਼ਿਆਦਾ ਮਹੱਤਵਪੂਰਨ ਹੈ। ਆਮੇਨ। ਇਸ ਵਚਨ ਦੇ ਨਾਲ ਪ੍ਰਭੂ ਨੇ ਦਿਲਾਸਾ ਦਿੱਤਾ ਉਹਨਾਂ ਨੂੰ। ਇਹੀ ਵਰਡ ਤੁਸੀਂ ਯਾਦ ਰੱਖੋ ਵੀ ਪਹਿਲੇ ਚੈਪਟਰ ਦੇ ਵਿੱਚ ਪੜ੍ਹ ਕੇ ਗਏ ਆ, ਦੇਖਾਂਗੇ ਆਪਾਂ ਰੈਵਲੇਸ਼ਨ ਚੈਪਟਰ 1 ਵਰਸ 17 ਦੇ ਵਿੱਚ ਇਹੀ ਵਰਡਸ ਯੂਜ਼ ਕੀਤੇ ਗਏ ਸੀਗੇ ਜਦੋਂ ਪ੍ਰਭੂ ਯਿਸੂ ਨੇ ਕਿਹਾ ਸੀਗਾ ਕਿ ਮੈਂ ਆਦ ਹਾਂ ਤੇ ਮੈਂ ਅੰਤ ਹਾਂ, ਮੈਂ ਪਹਿਲਾ ਤੇ ਮੈਂ ਆਖਰੀ ਹਾਂ। ਹਨਾ, ਪੜ੍ਹਾਂਗੇ ਆਪਾਂ ਕਿਸ ਕੰਸਰਨ ਦੇ ਵਿੱਚ ਇਹ ਵਰਡ ਯੂਜ਼ ਕੀਤੇ ਗਏ ਸੀਗੇ। ਇਹ ਵਰਡ ਯੂਜ਼ ਕੀਤੇ ਗਏ ਸੀਗੇ ਉਹਨਾਂ ਨੂੰ ਇਹ ਕਹਿਣ ਦੇ ਵਾਸਤੇ ਵੀ ਤੂੰ ਡਰਨਾ। ਪੜ੍ਹਾਂਗੇ ਇਸ ਤਰ੍ਹਾਂ ਜਦੋਂ ਮੈਂ ਉਸ ਨੂੰ ਦੇਖਿਆ ਤਾਂ ਮੈਂ ਉਸ ਦੇ ਚਰਨਾਂ ਵਿੱਚ ਮੁਰਦੇ ਆਦਮੀ ਦੀ ਤਰ੍ਹਾਂ ਡਿੱਗ ਪਿਆ, ਪਰ ਉਸ ਨੇ ਆਪਦੇ ਸੱਜੇ ਹੱਥ ਨਾਲ ਮੈਨੂੰ ਸਹਾਰਾ ਦਿੰਦੇ ਹੋਏ ਕਿਹਾ, ਡਰ ਨਾ, ਮੈਂ ਆਦ ਅਤੇ ਅੰਤ ਹਾਂ, ਮੈਂ ਜਿੰਦਾ ਹਾਂ ਪਰ ਮਰ ਗਿਆ ਸਾਂ, ਪਰ ਹੁਣ ਫਿਰ ਜਿੰਦਾ ਹਾਂ ਅਤੇ ਅਨੰਤ ਕਾਲ ਤੱਕ ਜਿਉਂਦਾ ਰਹਾਂਗਾ। ਹਾਲੇਲੂਇਆ। ਕੀ ਰੈਪੂਟੇਸ਼ਨ ਆ ਪ੍ਰਭੂ ਯਿਸੂ ਮਸੀਹ ਜੀ। ਮੌਤ ਨੂੰ ਵੀ ਹਰਾ ਦਿੱਤਾ ਉਹਨਾਂ ਨੇ, ਮੌਤ ਨੂੰ ਵੀ ਡਿਸਟਰੋਏ ਕਰ ਦਿੱਤਾ, ਤੇ ਉਹ ਕਹਿੰਦੇ ਨੇ ਵੀ ਤੂੰ ਡਰ ਨਾ। ਆਮੇਨ। ਤੇ ਪ੍ਰਭੂ ਯਿਸੂ ਮਸੀਹ ਜੀ ਨੇ ਦੱਸਿਆ ਇਹਨਾਂ ਨੂੰ, ਸਮੀਰਨਾ ਦੇ ਲੋਕਾਂ ਨੂੰ, ਕਿ ਜਿਹੜੀ ਮਸੀਹ ਦੀ ਰੈਪੂਟੇਸ਼ਨ ਆ ਉਹ ਰੋਮ ਦੀ ਗਵਰਨਮੈਂਟ ਦੀ ਰੈਪੂਟੇਸ਼ਨ ਤੋਂ ਵੀ ਜ਼ਿਆਦਾ ਤਕੜੀ ਆ, ਜ਼ਿਆਦਾ ਸ਼ਕਤੀਸ਼ਾਲੀ ਆ। ਤੂੰ ਨਾ ਡਰ, ਤੂੰ ਖੜਾ ਰਹਿ। ਇਹ ਪਹਿਲੀ ਚੀਜ਼, ਪਹਿਲਾ ਕੰਕਲੂਜਨ ਆਪਾਂ ਦੇਖਿਆ ਹੈਗਾ। ਦੂਸਰਾ ਕੰਕਲੂਜਨ ਪ੍ਰਭੂ ਦੇ ਭੈਣੋ ਆਪਾਂ ਦੇਖਾਂਗੇ 9ਵੇਂ ਵਰਸ ਦੇ ਵਿੱਚ ਕਿ ਜਿਹੜੀ ਮਸੀਹ ਪ੍ਰਭੂ ਯਿਸੂ ਮਸੀਹ ਜੀ ਦੀ ਜਿਹੜੀ ਰੈਕੋਗਨੀਸ਼ਨ ਆ, ਉਹ ਰੋਮ ਦੀ ਗਵਰਨਮੈਂਟ ਦੀ ਰੈਕੋਗਨੀਸ਼ਨ ਤੋਂ ਵੀ ਜ਼ਿਆਦਾ ਤਕੜੀ ਆ। ਜਦੋਂ ਪ੍ਰਭੂ ਯਿਸੂ ਰੈਕੋਗਨਾਈਜ਼ ਕਰਦੇ ਨੇ, ਜਦੋਂ ਪ੍ਰਭੂ ਯਿਸੂ ਮਸੀਹ ਜੀ ਤੈਨੂੰ ਅਕਸੈਪਟ ਕਰਦੇ ਨੇ, ਤੇਰਾ ਨਾਮ ਲੈਂਦੇ ਨੇ, ਵੀ ਤੈਨੂੰ ਪਹਿਚਾਣਦੇ ਨੇ, ਰੈਕੋਗਨਾਈਜ਼ ਕਰਦੇ ਨੇ, ਉਹ ਰੈਕੋਗਨੀਸ਼ਨ ਜਿਹੜੀ ਹੈਗੀ ਆ ਉਹ ਰੋਮ ਦੀ ਗਵਰਨਮੈਂਟ ਦੇ ਰੈਕੋਗਨੀਸ਼ਨ ਤੋਂ ਵੀ ਤਕੜੀ ਆ। ਪੜਾਂਗੇ ਆਪਾਂ ਜੀ। ਮੈਂ ਤੇਰੇ ਦੁੱਖ ਅਤੇ ਗਰੀਬੀ ਨੂੰ ਜਾਣਦਾ ਹਾਂ, ਪਰ ਬੇਸ਼ੱਕ ਅਸਲ ਵਿੱਚ ਤੂੰ ਅਮੀਰ ਹੈ। ਮੈਂ ਉਸ ਨਿੰਦਾ ਨੂੰ ਵੀ ਜਾਣਦਾ ਹਾਂ ਜੋ ਤੇਰੀ ਉਹਨਾਂ ਦੇ ਦੁਆਰਾ ਹੋ ਰਹੀ ਹੈ, ਜੋ ਕਹਿੰਦੇ ਤਾਂ ਹਨ ਆਪਣੇ ਆਪ ਨੂੰ ਯਹੂਦੀ, ਪਰ ਉਹ ਹੈ ਨਹੀਂ, ਉਹ ਅਸਲ ਵਿੱਚ ਸ਼ੈਤਾਨ ਦੇ ਲੋਕ ਹਨ। ਪ੍ਰਭੂ ਨੇ ਕਿਹਾ, ਮੈਂ ਤੇਰੇ ਕੰਮਾਂ ਨੂੰ ਵੀ ਜਾਣਦਾ ਆ, ਮੈਂ ਤੇਰੀ ਗਰੀਬੀ ਨੂੰ ਵੀ ਜਾਣਦਾ ਆ, ਮੈਂ ਤੇਰੀ ਪਰਸੀਕਿਊਸ਼ਨ ਨੂੰ ਵੀ ਜਾਣਦਾ। ਇਹ ਵਰਡ ਓਰੀਜਨਲ ਦੇ ਵਿੱਚ ਜਿਹੜਾ ਆਇਆ ਹੈ ਨਾ, ਜਾਣਦਾ ਆ, ਇਹ ਵਰਡ ਯੂਜ਼ ਕੀਤਾ ਗਿਆ ਓਈ ਦਾ ਵਰਡ ਯੂਜ਼ ਕੀਤਾ ਗਿਆ, ਜਿਹਦਾ ਮਤਲਬ ਆ ਮੈਂ ਐਕਸਪੀਰੀਅੰਸ ਦੇ ਨਾਲ ਜਾਣਦਾ ਆ। ਯਾਨੀ ਕਿ ਪ੍ਰਭੂ ਯਿਸੂ ਨੇ ਕਿਹਾ ਕਿ ਮੈਂ ਐਕਸਪੀਰੀਅੰਸ ਦੇ ਨਾਲ
ਤੇਰੀ ਗਰੀਬੀ ਨੂੰ ਵੀ ਜਾਣਦਾ ਹਾਂ, ਮੈਂ ਐਕਸਪੀਰੀਅੰਸ ਦੇ ਨਾਲ ਤੇਰੇ ਪ੍ਰਤਿਆਵਿਆਂ ਨੂੰ ਵੀ ਜਾਣਦਾ ਹਾਂ, ਤੇਰੀ ਪਰਸੀਕਿਊਸ਼ਨ ਨੂੰ ਵੀ ਜਾਣਦਾ ਹਾਂ, ਤੇਰੇ ਤੜਫਾਏ ਜਾਣ ਨੂੰ ਵੀ ਜਾਣਦਾ ਹਾਂ, ਕਿਉਂਕਿ ਖੁਦ ਪ੍ਰਭੂ ਯਿਸੂ ਮਸੀਹ ਜੀ ਤੜਫਾਏ ਗਏ ਸੀ, ਖੁਦ ਪ੍ਰਭੂ ਯਿਸੂ ਮਸੀਹ ਜੀ ਗਰੀਬ ਬਣੇ ਸੀ ਸਾਡੇ ਵਾਸਤੇ, ਖੁਦ ਪ੍ਰਭੂ ਯਿਸੂ ਮਸੀਹ ਜੀ ਮੁਸ਼ਕਲਾਂ ਦੇ ਵਿੱਚੋਂ, ਦੇ ਪ੍ਰਤਿਆਵਿਆਂ ਦੇ ਵਿੱਚੋਂ ਦੀ ਨਿਕਲ ਕੇ ਗਏ ਸੀਗੇ। ਉਹਨਾਂ ਨੂੰ ਕੁੱਟਿਆ ਗਿਆ ਸੀਗਾ, ਉਹਨਾਂ ਦੇ ਹੱਥਾਂ 'ਚ ਕਿੱਲਾਂ ਪਾਈਆਂ ਗਈਆਂ ਸੀਗੀਆਂ, ਉਹਨਾਂ ਦੇ ਪੈਰਾਂ 'ਚ ਕਿੱਲਾਂ ਪਾਈਆਂ ਗਈਆਂ ਸੀ, ਉਹਨਾਂ ਨੂੰ ਕੋੜੇ ਮਾਰੇ ਗਏ ਸੀਗੇ। ਪ੍ਰਭੂ ਯਿਸੂ ਨੇ ਕਿਹਾ ਮੈਂ ਐਕਸਪੀਰੀਅੰਸ ਦੇ ਨਾਲ ਜਾਣਦਾ ਹਾਂ, ਮੈਂ ਤੈਨੂੰ ਸਮਝਦਾ ਹਾਂ, ਲੇਕਿਨ ਪ੍ਰਭੂ ਨੇ ਕਿਹਾ ਤਕੜਾ ਰਹੇ, ਦੁਨੀਆ ਦੇ ਅੰਤ ਤੱਕ ਮੈਂ ਤੇਰੇ ਨਾਲ ਹਾਂ। ਆਮੀਨ। ਪ੍ਰਭੂ ਦੇ ਭੈਣੋ, ਤੀਸਰੇ ਨੰਬਰ ਤੇ ਜਿਹੜੀ ਚੀਜ਼ ਆਪਾਂ ਇੱਥੇ ਨਜ਼ਰ ਆਈ ਆਪਾਂ ਨੂੰ, ਪ੍ਰਭੂ ਯਿਸੂ ਨੇ ਕਿਹਾ ਕਿ ਇਹ ਧਨ ਜਿਹੜਾ ਮਸੀਹ ਵੱਲੋਂ ਆਉਂਦਾ ਆ, ਇਹ ਰੋਮ ਦੀ ਗਵਰਨਮੈਂਟ ਵੱਲੋਂ ਜਿਹੜਾ ਧਨ ਆਉਂਦਾ ਆ ਉਹ ਤੋਂ ਜ਼ਿਆਦਾ ਤਕੜਾ ਆ। ਜਿਹੜੀ ਬਰਕਤ, ਜਿਹੜਾ ਆਸ਼ੀਰਵਾਦ, ਜਿਹੜਾ ਧਨ ਪ੍ਰਭੂ ਯਿਸੂ ਮਸੀਹ ਵੱਲੋਂ ਆਉਂਦਾ ਆ, ਉਹ ਜ਼ਿਆਦਾ ਇੰਪੋਰਟੈਂਟ ਆ, ਜ਼ਿਆਦਾ ਮਹੱਤਵਪੂਰਨ ਆ ਉਹ ਤੋਂ ਜੋ ਗਵਰਨਮੈਂਟ ਦੀ ਸ਼ਾਸ਼ਾ ਆਉਂਦੀ ਹੈ ਜਾਂ ਵਾਹਵਾ ਆਉਂਦੀ ਹੈ ਜਾਂ ਉਹਨਾਂ ਵੱਲੋਂ ਕੁਛ ਹੈਲਪ ਆਉਂਦੀ ਹੈਗੀ। ਪੜਾਂਗੇ ਆਪਾਂ ਪਰਮੇਸ਼ਰ ਦਾ ਵਚਨ, ਪ੍ਰਭੂ ਤੇ 9ਵਾਂ ਵਰਸ ਇੱਕ ਵਾਰ ਫਿਰ ਦੇਖਾਂਗੇ। ਜੀ ਹਾਂ, ਮੈਂ ਤੇਰੇ ਦੁੱਖ ਅਤੇ ਗਰੀਬੀ ਨੂੰ ਜਾਣਦਾ ਹਾਂ, ਪਰ ਬੇਸ਼ੱਕ ਅਸਲ ਵਿੱਚ ਤੂੰ ਅਮੀਰ ਹੈ। ਮੈਂ ਉਸ ਨਿੰਦਾ ਨੂੰ ਵੀ ਜਾਣਦਾ ਹਾਂ। ਅਸਲ ਵਿੱਚ ਤੂੰ ਅਮੀਰ ਹੈ। ਰਾਜਿਆਂ ਦੇ ਰਾਜਾ ਨੇ, ਪ੍ਰਭੂਆਂ ਦੇ ਪ੍ਰਭੂ ਨੇ ਉਹਨਾਂ ਨੂੰ ਕਹਿਦਾ ਅਸਲ ਵਿੱਚ ਤੈਨੂੰ ਨਹੀਂ ਪਤਾ, ਅਸਲ ਵਿੱਚ ਤੂੰ ਅਮੀਰ ਹੈ। ਤੈਨੂੰ ਲੱਗਦਾ ਤੇਰੇ ਕੋਲ ਪੈਸੇ ਹੈ ਨਹੀਂ, ਤੈਨੂੰ ਲੱਗਦਾ ਤੇਰੇ ਬੈਂਕ ਬੈਲੈਂਸ ਖਾਲੀ ਹੋ ਗਿਆ, ਤੈਨੂੰ ਲੱਗਦਾ ਤੇਰੇ ਕੰਮ ਛੁੱਟ ਗਏ, ਤੈਨੂੰ ਲੱਗਦਾ ਤਕਲੀਫਾਂ ਚੋਂ ਆ ਰਿਹਾ, ਮੁਸ਼ਕਲਾਂ ਚੋਂ ਜਾ ਰਿਹਾ, ਲੇਕਿਨ ਅਸਲ ਵਿੱਚ ਤੂੰ ਅਮੀਰ ਹੈ। ਹਾਲੇਲੂਇਆ, ਹਾਲੇਲੂਇਆ। ਕਿਉਂਕਿ ਤੂੰ ਐਸਾ ਧਨ ਇਕੱਠਾ ਕਰ ਲਿਆ ਆ, ਪਰਮੇਸ਼ਰ ਦੀ ਪੂਜਾ ਕਰਕੇ, ਪਰਮੇਸ਼ਰ ਦੀ ਬੰਦਗੀ ਕਰਕੇ, ਪਰਮੇਸ਼ਰ ਦੇ ਸਾਹਮਣੇ ਭਗਤੀ ਕਰਕੇ ਤੂੰ ਐਸਾ ਧਨ ਇਕੱਠਾ ਕਰ ਲਿਆ ਆ, ਐਸੀ ਪੂਜਾ ਇਕੱਠੀ ਕਰ ਲਈ ਆ, ਐਸਾ ਪੈਸਾ ਇਕੱਠਾ ਕਰ ਲਿਆ ਰੂਹਾਨੀ ਤੌਰ ਤੇ ਪ੍ਰਭੂ ਤੇ ਭੈਣੋ, ਜਿਹੜਾ ਮਸੀਹ ਨੂੰ ਟੱਚ ਕਰ ਗਿਆ। ਮਸੀਹ ਖੁਦ ਕਹਿ ਰਿਹਾ, ਯਿਸੂ ਮਸੀਹ ਖੁਦ ਕਹਿ ਰਿਹਾ ਤੂੰ ਜਾਣਦਾ ਨਹੀਂ, ਲੇਕਿਨ ਅਸਲ 'ਚ ਤੂੰ ਤਾਂ ਨਹੀਂ ਹੈ। ਦੇਖੋ ਧਿਆਨ ਦੇ ਨਾਲ ਪਰਮੇਸ਼ਰ ਦਾ ਵਚਨ ਪ੍ਰਭੂ ਤੇ ਭੈਣੋ, 2 ਕੋਰਿੰਥੀਅਨ ਚੈਪਟਰ 6 ਵਰਸ 10 ਦੇਖਾਂਗੇ। 2 ਕੋਰਿੰਥੀਅਨ 6 ਦਾ 10ਵਾਂ ਵਰਸ ਪੜਾਂਗੇ। ਜ਼ਬਰਦਸਤ ਪ੍ਰਭੂ ਤੇ ਭੈਣੋ, ਕਿਉਂਕਿ ਆਪਾਂ ਆਪਣੇ ਆਪ ਨੂੰ ਵੀ ਪ੍ਰਭੂ ਯਿਸੂ ਮਸੀਹ ਜੀ ਦੀ ਅੱਖਾਂ ਦੇ ਨਾਲ ਦੇਖਣਾ ਆ। ਦੁਨੀਆ ਦੀ ਅੱਖਾਂ ਨਾਲ ਨਹੀਂ ਦੇਖਣਾ, ਆਪਣੀਆਂ ਅੱਖਾਂ ਜਾਂ ਆਪਣੇ ਪਰਿਵਾਰ ਦੀਆਂ ਅੱਖਾਂ ਨਾਲ ਨਹੀਂ ਦੇਖਣਾ, ਨਹੀਂ, ਮਸੀਹ ਦੀਆਂ ਅੱਖਾਂ ਨਾਲ ਦੇਖੋ। ਮੈਂ ਕਿ ਕਿੰਨਾ ਧਨ ਰੂਹਾਨੀ ਤੌਰ ਤੇ ਤੁਸੀਂ ਇਕੱਠਾ ਕਰ ਲਿਆ ਹੈਗਾ। ਜੀ ਹਾਂ, ਅਸੀਂ ਦੁਖੀ ਕੀਤੇ ਗਏ, ਪਰ ਫਿਰ ਵੀ ਅਸੀਂ ਹਰ ਸਮੇਂ ਖੁਸ਼ ਰਹੇ। ਅਸੀਂ ਗਰੀਬ ਹਾਂ, ਪਰ ਫਿਰ ਵੀ ਬਹੁਤ ਅਮੀਰ ਬਣਾਏ ਗਏ। ਸਾਡੇ ਕੋਲ ਕੁਝ ਵੀ ਨਹੀਂ, ਪਰ ਫਿਰ ਵੀ ਸਾਡੇ ਕੋਲ ਸਭ ਕੁਝ ਹੈ। ਹਾਲੇਲੂਇਆ, ਹਾਲੇਲੂਇਆ। ਮੇਰਾ ਖਿਆਲ ਹੈ ਜਿਹੜੇ ਪਰਮੇਸ਼ਰ ਦੇ ਸੇਵਕ ਨੇ, ਪ੍ਰਭੂ ਦੇ ਸੇਵਕ ਨੇ, ਪ੍ਰਭੂ ਦੇ ਜਿਹੜੇ ਟੀਚਰਸ, ਪ੍ਰੋਫਿਟ, ਅਪੋਸਟਲਸ, ਪਾਸਟਰਸ ਹੈਗੇ ਨੇ, ਉਹ ਇਹਨਾਂ ਮੁਸ਼ਕਿਲਾਂ ਦੇ ਵਿੱਚੋਂ ਨਹੀਂ ਗੁਜ਼ਰਦੇ ਨੇ। ਬਹੁਤ ਦਫਾ ਆਪਣੇ ਆਪ ਵਾਸਤੇ ਧਨ ਇਕੱਠਾ ਨਹੀਂ ਕਰਦੇ, ਲੇਕਿਨ ਲੋਕ ਉਹਨਾਂ ਨੂੰ ਕਹਿ ਸਕਦੇ ਨੇ ਗਰੀਬ ਨੇ, ਲੇਕਿਨ ਪ੍ਰਭੂ ਯਿਸੂ ਕਹਿੰਦਾ ਹੈ ਉਹ ਅਮੀਰ ਹੈ, ਕਿਉਂਕਿ ਉਹਨਾਂ ਨੇ ਐਸਾ ਧਨ ਇਕੱਠਾ ਕਰ ਲਿਆ ਹੈਗਾ ਆ ਪ੍ਰਭੂ ਤੇ ਭੈਣੋ, ਜਿਹੜਾ ਧਨ ਸਿਰਫ ਪ੍ਰਭੂ ਯਿਸੂ ਮਸੀਹ ਹੀ ਪਹਿਚਾਣ ਸਕਦਾ ਹੈ। ਆਮੀਨ। ਜ਼ਬਰਦਸਤ ਵਚਨ ਹੈਗਾ ਇਹ। ਸੋ ਇਹਦੇ ਨਾਲ ਹੀ ਆਪਾਂ 2 ਕੋਰਿੰਥੀਅਨ ਚੈਪਟਰ 8 ਦੇਖਾਂਗੇ ਤੇ ਉਹਦਾ 9ਵਾਂ ਵਰਸ ਵੀ ਆਪਾਂ ਪੜਾਂਗੇ। ਜੀ ਹਾਂ, 8ਵੇਂ ਦਾ 9ਵਾਂ। ਤੁਸੀਂ ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਬਾਰੇ ਤਾਂ ਜਾਣਦੇ ਹੀ ਹੋ ਕਿ ਉਹ ਕਿੰਨਾ ਅਮੀਰ ਹੈ, ਪਰ ਫਿਰ ਉਹ ਤੁਹਾਡੀ ਖਾਤਰ ਗਰੀਬ ਬਣ ਗਿਆ ਹੈ ਕਿ ਉਸ ਦੀ ਗਰੀਬੀ ਦੁਆਰਾ ਤੁਸੀਂ ਅਮੀਰ ਬਣ ਜਾਵੋ। ਵਾਹ, ਜ਼ਬਰਦਸਤ। ਆਮੀਨ। ਉਹ ਇੰਨਾ ਅਮੀਰ ਸੀ ਤੇ ਗਰੀਬ ਬਣ ਗਿਆ ਤਾਂ ਕਿ ਉਹਦੀ ਗਰੀਬੀ ਥਾਂ ਦੀ ਤੁਸੀਂ ਅਮੀਰ ਬਣ ਜਾਓ। ਆਮੀਨ। ਪ੍ਰਭੂ ਤੇ ਭੈਣੋ, ਕਈ ਵਾਰ ਤੁਸੀਂ ਸੋਚਦੇ ਹੋਵੋਗੇ ਪ੍ਰਸਤੀ ਜੀ ਪ੍ਰੇਰਣਾ ਕਰੀ ਜਾਂਦੇ ਆ, ਕੁਝ ਬਣਦਾ ਹੈ ਨਹੀਂ, ਬਚਨ ਪੜ੍ਹੀ ਜਾਂਦੇ ਆ, ਕੁਝ ਬਣਦਾ ਹੈ ਨਹੀਂ, ਦੁਆ ਕਰੀ ਜਾਂਦੇ ਆ, ਕੁਝ ਬਣਦਾ ਹੈ ਨਹੀਂ। ਪ੍ਰਭੂ ਦੇ ਭੈਣੋ, ਜੋ ਬਣਦਾ ਆ ਆਪਾਂ ਨੂੰ ਨਜ਼ਰ ਨਹੀਂ ਆ ਰਿਹਾ, ਲੇਕਿਨ ਮਸੀਹ ਨੂੰ ਨਜ਼ਰ ਆ ਰਿਹਾ। ਜੋ ਰੂਹਾਨੀ ਤੌਰ ਤੇ ਬਣ ਰਿਹਾ ਆ, ਜੋ ਰੂਹ ਦੇ ਵਿੱਚ ਅਮੀਰ ਬਣਾਏ ਜਾ ਰਹੇ ਹੋ ਤੁਸੀਂ ਪ੍ਰਭੂ ਤੇ ਭੈਣੋ, ਜਿਹਦੇ ਨਾਲ ਤੁਸੀਂ ਤੇ ਆਉਣ ਵਾਲੀਆਂ ਜਿਹੜੀਆਂ ਤੁਹਾਡੀਆਂ ਪੀੜ੍ਹੀਆਂ ਨੇ ਉਹ ਬਰਕਤਾਂ ਪ੍ਰਾਪਤ ਕਰਨੀਆਂ। ਆਮੀਨ। ਸੋ ਇਹ ਜਿਹੜੀ ਵੈਲਿਊ ਆ, ਇਹ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਦਿਖਾਈ ਕਿ ਰੋਮ ਦੀ ਗਵਰਨਮੈਂਟ ਦੀ ਜਿਹੜੀ ਅਮੀਰੀ ਆ, ਉਹ ਜਿਹੜੀ ਰੂਹਾਨੀ ਅਮੀਰੀ ਆ, ਉਹਦਾ ਫਰਕ ਆ ਬਹੁਤ ਵੱਡਾ। ਚੌਥੇ ਨੰਬਰ ਤੇ ਪ੍ਰਭੂ ਤੇ ਭੈਣੋ, ਇੱਕ ਕੈਲਕੂਲੇਸ਼ਨ ਪ੍ਰਭੂ ਯਿਸੂ ਮਸੀਹ ਜੀ ਨੇ ਟਾਈਮ ਦੇ ਲਈ ਸੀ। ਪੜਾਂਗੇ ਆਪਾਂ ਪਰਮੇਸ਼ਰ ਦੇ ਵਚਨ ਦੇ ਵਿੱਚ ਹੀ, ਉਹਦਾ ਆਪਾਂ ਦੇਖਾਂਗੇ ਧਿਆਨ ਦੇ ਨਾਲ। ਜੀ ਹਾਂ, ਦੂਸਰੇ ਦਾ 10ਵਾਂ ਵਰਸ ਦੇਖਾਂਗੇ। ਉਸ ਦੁੱਖ ਤੋਂ ਨਾ ਡਰ ਜੋ ਤੇਰੇ ਤੇ ਆਉਣ ਵਾਲਾ ਹੈ,
ਸ਼ੈਤਾਨ ਤੁਹਾਨੂੰ ਪਰਤਿਆਵੇਗਾ ਅਤੇ ਤੁਹਾਡੇ ਵਿੱਚੋਂ ਕੁਝ ਨੂੰ ਕੈਦ ਵਿੱਚ ਸੁੱਟ ਦੇਵੇਗਾ। ਤੁਹਾਡੇ ਤੇ ਇਹੋ ਜਿਹੇ ਦੁੱਖ 10 ਦਿਨਾਂ ਤੱਕ ਰਹਿਣਗੇ, ਪਰ ਤੁਸੀਂ ਮੌਤ ਸਿਰਫ 10 ਦਿਨਾਂ ਤੱਕ ਰਹਿਣਗੇ। ਆਮੇਨ। ਸਿਰਫ 10 ਦਿਨਾਂ ਤੱਕ ਰਹਿਣਗੇ ਤੁਹਾਡੇ ਤੇ ਦੁੱਖ। ਪ੍ਰਭੂ ਨੇ ਉਹਨਾਂ ਦੀ ਕੈਲਕੂਲੇਸ਼ਨ ਦੇ ਵਿੱਚ ਟਾਈਮ ਲਾਤਾ ਸੀਗਾ ਵੀ 10 ਦਿਨਾਂ ਤੱਕ ਰਹਿਣਗੇ ਇਹ ਤੁਹਾਡੇ ਜਿਹੜੇ ਦੁੱਖ ਹੈਗੇ ਨੇ। ਜਿਹੜੇ ਰੋਮ ਦੇ ਜਿਹੜੇ ਗੌਰਮੈਂਟ ਵੱਲੋਂ ਜਿਹੜੇ ਦੁੱਖ ਆਉਂਦੇ ਸੀ, ਤਕਲੀਫਾਂ ਆਉਂਦੀਆਂ ਸੀਗੀਆਂ, ਜਿਹੜੀਆਂ ਮੁਸ਼ਕਿਲਾਂ ਆਉਂਦੀਆਂ ਸੀਗੀਆਂ, ਉਹਦੇ ਕੋਈ ਟਾਈਮਿੰਗ ਨਹੀਂ ਸੀ, ਉਹਦੀ ਕੋਈ ਐਂਡ ਡੇਟ ਹੈ ਨਹੀਂ ਸੀ। ਪੜਾਂਗੇ ਪਰਮੇਸ਼ਰ ਦਾ ਵਚਨ ਆਪਾਂ ਇੱਕ ਵਾਰ ਫੇਰ ਪ੍ਰਭੂ ਦੇ 10ਵਾਂ ਵਰਸ। ਜੀ ਹਾਂ। ਉਸ ਦੁੱਖ ਤੋਂ ਨਾ ਡਰ ਜੋ ਤੇਰੇ ਤੇ ਆਉਣ ਵਾਲਾ ਹੈ। ਸ਼ੈਤਾਨ ਤੁਹਾਨੂੰ ਪਰਤਿਆਵੇਗਾ ਅਤੇ ਤੁਹਾਡੇ ਵਿੱਚੋਂ ਕੁਝ ਨੂੰ ਕੈਦ ਵਿੱਚ ਸੁੱਟ ਦੇਵੇਗਾ। ਤੁਹਾਡੇ ਤੇ ਇਹੋ ਜਿਹੇ ਦੁੱਖ 10 ਦਿਨਾਂ ਤੱਕ ਰਹਿਣਗੇ, ਪਰ ਤੁਸੀਂ ਮੌਤ ਯਾਨੀ ਕਿ ਇੱਕ ਲਿਮਿਟ ਲਾਤੀ ਆ ਪ੍ਰਭੂ ਨੇ, ਇੱਕ ਲਿਮਿਟ ਲਾਤੀ ਆ। ਤੁਹਾਡੇ ਤੇ ਪਰਤਿਆਵੇ ਆਣਗੇ, ਉਹਦਾ ਟਾਈਮ ਹੋਏਗਾ, ਉਹਦੀ ਐਕਸਪਾਇਰੀ ਡੇਟ ਹੋਵੇਗੀ। ਕੋਈ ਪਰਤਿਆਵਾ ਨਹੀਂਗਾ ਜਿਹਦੀ ਐਕਸਪਾਇਰੀ ਡੇਟ ਨਾ ਹੋਵੇ। ਕੋਈ ਪਰਤਿਆਵਾ ਨਹੀਂਗਾ ਜੋ ਯਿਸੂ ਨਾਮ ਦੇ ਵਿੱਚ ਐਂਡ ਨਾ ਹੋਵੇ, ਖਤਮ ਨਾ ਹੋਵੇ, ਫਿਨਿਸ਼ ਨਾ ਹੋਵੇ। ਆਮੇਨ। ਹਰ ਪਰਤਿਆਵੇ ਦੀ, ਹਰ ਟੈਸਟਿੰਗ ਦੀ, ਹਰ ਮੁਸ਼ਕਲ ਦੀ ਐਂਡ ਡੇਟ ਹੈ ਪ੍ਰਭੂ ਯਿਸੂ ਮਸੀਹ ਜੀ ਕੋਲ। ਆਮੇਨ। 5ਵੇਂ ਨੰਬਰ ਤੇ ਪ੍ਰਾਪਤ ਕਰੋ ਐਸੇ ਰਿਵਾਰਡ। ਪ੍ਰਭੂ ਨੇ ਕਿਹਾ ਵੀ ਉਹ ਰਿਵਾਰਡ ਤੇ ਨਜ਼ਰ ਪਾਓ ਜੋ ਰੱਬ ਵੱਲੋਂ ਆਉਂਦੇ ਨੇ, ਉਹਨਾਂ ਤੇ ਨਹੀਂ ਜੋ ਰੋਮ ਗਵਰਨਮੈਂਟ ਵੱਲੋਂ ਆਉਂਦੇ ਨੇ। ਆਮੇਨ। ਪੜਾਂਗੇ ਪ੍ਰਾਪਤ ਕਰੋ ਆਪਾਂ ਇੱਕ ਵਾਰ ਫੇਰ 10ਵਾਂ ਵਰਸ ਦੇਖਾਂਗੇ। ਜੀ ਹਾਂ, ਐਂਡ ਵਿੱਚ ਜਾ ਕੇ। ਪਰ ਤੁਸੀਂ ਮੌਤ ਤੱਕ ਵੀ ਮੇਰੇ ਆਗਿਆਕਾਰ ਰਹਿਣਾ, ਤਾਂ ਮੈਂ ਤੁਹਾਨੂੰ ਜੀਵਨ ਤਾਜ ਦੇਵਾਂਗਾ। ਪ੍ਰਭੂ ਕਹਿੰਦਾ ਆ ਜੀਵਨ ਤਾਜ ਦੇਵਾਂਗਾ। ਆਮੇਨ। ਰੋਮ ਦੀ ਗਵਰਨਮੈਂਟ ਦੇ ਜਿਹੜੇ ਤਾਜ ਸੀਗੇ ਉਹ ਕਿਸੇ ਕੰਮ ਦੇ ਨਹੀਂ ਸੀਗੇ, ਲੇਕਿਨ ਪ੍ਰਭੂ ਦੇ ਭੈਣੋ ਪਰਮੇਸ਼ਰ ਉਹਨਾਂ ਨੂੰ ਦਿਲਾਸਾ ਦੇ ਰਿਹਾ ਆ, ਕਹਿੰਦਾ ਹੋਇਆ ਕਿ ਮੈਂ ਤੁਹਾਨੂੰ ਜੀਵਨ ਤਾਜ ਦੇਵਾਂਗਾ। ਐਸੀ ਦਲੇਰੀ ਪ੍ਰਭੂ ਯਿਸੂ ਮਸੀਹ ਜੀ ਉਹਨਾਂ ਨੂੰ ਦੇ ਰਹੇ ਹੈਗੇ ਨੇ। ਤੇ ਇਹ ਜਦੋਂ ਤਾਜ ਦੀ ਗੱਲ ਹੁੰਦੀ ਹੈ ਤੇ ਪ੍ਰਭੂ ਆ ਵੀ ਉਹਨਾਂ ਨੂੰ ਕਹਿ ਰਹੇ ਨੇ, ਯਾਦ ਕਰਾ ਰਹੇ ਨੇ। ਆਪਾਂ ਰੈਵਲੇਸ਼ਨ ਚੈਪਟਰ 4 ਵਰਸ 10 ਦੇਖਾਂਗੇ, ਜਿਹਦੇ ਵਿੱਚ ਪ੍ਰਭੂ ਕਹਿੰਦੇ ਨੇ ਵੀ ਇਹੀ ਤਾਜ ਜਦੋਂ ਮੈਂ ਤੁਹਾਨੂੰ ਦੇਵਾਂਗਾ, ਇਹੀ ਤਾਜ ਗਾਹਾਂ ਜਾ ਕੇ ਤੁਸੀਂ ਸਾਰੇ ਇਕੱਠੇ ਮਿਲ ਕੇ ਰੱਬ ਦੇ ਸਾਹਮਣੇ ਗੋਡੀਆਂ ਲਾ ਕੇ ਆਪਣੇ ਸਿਰ ਤੋਂ ਤਾਜ ਲਾ ਕੇ ਪਰਮੇਸ਼ਰ ਪ੍ਰਭੂ ਯਿਸੂ ਦੇ ਚਰਨਾਂ ਵਿੱਚ ਰੱਖੋਗੇ। ਹੈ ਪੜਾਂਗੇ। ਜੀ ਹਾਂ। ਇਸ ਤਰ੍ਹਾਂ ਜਦੋਂ ਵੀ ਇਹ ਜਾਨਦਾਰ ਉਸ ਦੀ ਮਹਿਮਾ, ਆਦਰ ਅਤੇ ਧੰਨਵਾਦ ਕਰਦੇ ਹਨ ਜੋ ਤਖਤ ਤੇ ਬੈਠਾ ਹੋਇਆ ਤੇ ਅਨੰਤ ਕਾਲ ਤੱਕ ਜਿਉਂਦਾ ਹੈ, ਉਸੇ ਕੜੀ 24 ਬਜ਼ੁਰਗ ਉਸ ਦੇ ਸਾਹਮਣੇ ਮੂੰਹ ਭਾਰ ਡਿੱਗ ਕੇ ਪ੍ਰਣਾਮ ਕਰਦੇ ਹਨ। ਉਹ ਆਪਣੇ ਤਾਜ ਲਾ ਕੇ ਸਿੰਘਾਸਨ ਦੇ ਸਾਹਮਣੇ ਇਹ ਕਹਿ ਕੇ ਰੱਖਦੇ ਹਨ। ਵਾਹ, ਜ਼ਬਰਦਸਤ। ਸਾਰੀ ਮਹਿਮਾ, ਸਾਰਾ ਜਲਾਲ, ਸਾਰੀ ਇੱਜ਼ਤ, ਸਾਰਾ ਮਾਨ ਪ੍ਰਭੂ ਯਿਸੂ ਦੇ ਨਾਮ। ਆਮੇਨ। 10ਵਾਂ ਵਰਸ ਇੱਕ ਵਾਰ ਫੇਰ ਦੇਖਾਂਗੇ, ਜਿੱਥੇ ਜੀਵਨ ਦੀ ਗੱਲ ਹੋ ਰਹੀ ਹੈਗੀ ਆ, ਜੀਵਨ ਦੇ ਮੁਕਤ ਦੀ ਗੱਲ ਹੋ ਰਹੀ ਹੈਗੀ ਆ। ਜਾਣੀ ਕਿ ਕਹਿ ਸਕਦੇ ਹੈਗੇ ਆ ਪ੍ਰਭੂ ਯਿਸੂ ਮਸੀਹ ਜੀ ਕਹਿੰਦੇ ਹੈਗੇ ਨੇ ਇੱਥੇ ਉਹਨਾਂ ਨੂੰ ਕਿ ਮੈਂ ਪੜ੍ਹੀਆ। ਜੀ ਹਾਂ, 10ਵਾਂ, ਦੂਸਰੇ ਦਾ 10ਵਾਂ। ਉਸ ਦੁੱਖ ਤੋਂ ਨਾ ਡਰ ਜੋ ਤੇਰੇ ਤੇ ਆਉਣ ਵਾਲਾ ਹੈ। ਸ਼ੈਤਾਨ ਤੁਹਾਨੂੰ ਪਰਤਾਵੇਗਾ ਅਤੇ ਤੁਹਾਡੇ ਵਿੱਚੋਂ ਕੁਝ ਨੂੰ ਕੈਦ ਵਿੱਚ ਸੁੱਟ ਦੇਵੇਗਾ। ਤੁਹਾਡੇ ਤੇ ਇਹੋ ਜਿਹੇ ਦੁੱਖ 10 ਦਿਨਾਂ ਤੱਕ ਰਹਿਣਗੇ, ਪਰ ਤੁਸੀਂ ਮੌਤ ਤੱਕ ਵੀ ਮੇਰੇ ਆਗਿਆਕਾਰ ਰਹਿਣਾ, ਤਾਂ ਮੈਂ ਤੁਹਾਨੂੰ ਜੀਵਨ ਤਾਜ ਦੇਵਾਂਗਾ। ਮੌਤ ਤੋਂ ਵੀ ਨਹੀਂ ਡਰਨਾ, ਮੈਂ ਤੁਹਾਨੂੰ ਜੀਵਨ ਤਾਜ ਦੇਵਾਂਗਾ। ਜਾਣੀ ਕਿ ਇੱਥੇ ਸੈਕਿੰਡ ਮੌਤ ਦੀ ਗੱਲ ਹੋ ਰਹੀ ਹੈ, ਇੱਥੇ ਨਰਕਾਂ ਦੀ ਗੱਲ ਹੋ ਰਹੀ ਹੈ। ਜਾਣੀ ਕਿ ਨਰਕਾਂ ਤੋਂ ਪਰਮੇਸ਼ਰ ਮੁਕਤ ਕਰ ਦੇਣਗੇ ਉਹਨਾਂ ਨੂੰ ਜਿਹੜੇ ਸਰੀਰਿਕ ਮੌਤ ਤੱਕ ਵੀ ਫੇਥਫੁਲ ਰਹਿਣਗੇ, ਆਗਿਆਕਾਰੀ ਰਹਿਣਗੇ। ਆਮੇਨ। ਸੋ ਬਾਹਰਲੇ ਲੋਕ ਜਿਹੜੇ ਨੇ ਉਹ ਜਿਉਂਦੇ ਨੇ ਮਰਨ ਦੇ ਵਾਸਤੇ, ਬਾਹਰਲੇ ਲੋਕ ਜਿਉਂਦੇ ਨੇ ਮਰਨ ਦੇ ਵਾਸਤੇ, ਪ੍ਰਭੂ ਦੇ ਲੋਕ ਮਰਦੇ ਨੇ ਜਿਉਣ ਦੇ ਵਾਸਤੇ। ਆਮੇਨ। ਜਿਨ੍ਹਾਂ ਨੇ ਪ੍ਰਭੂ ਯਿਸੂ ਮਸੀਹ ਜੀ ਨੂੰ ਸਵੀਕਾਰ ਕੀਤਾ ਆ, ਤਾਂ ਹੀ ਪ੍ਰਭੂ ਦੇ ਵਚਨ ਦੇ ਵਿੱਚ ਨਿਊ ਬੋਰਨ ਦੇ ਬਾਰੇ ਗੱਲ ਹੁੰਦੀ ਆ ਕਿ ਨਇਆ ਜਨਮ ਪ੍ਰਾਪਤ ਕੀਤਾ। ਇਹ ਜਿਹੜਾ ਨਇਆ ਜਨਮ ਆ, ਇਹ ਰੂਹ ਦਾ ਜਨਮ ਆ, ਇਹਨੂੰ ਦੂਸਰਾ ਜਨਮ ਕਹਿੰਦੇ ਨੇ। ਕਿਸੇ ਨੇ ਕਿਹਾ ਇਹ ਜਿਹੜਾ ਇੱਕ ਵਾਰ ਜੰਮੇਗਾ ਉਹ 2 ਵਾਰ ਮਰੇਗਾ, ਲੇਕਿਨ ਜਿਹੜਾ 2 ਵਾਰ ਜੰਮੇਗਾ ਉਹ 1 ਵਾਰ ਮਰੇਗਾ। ਸਿਰਫ ਸਰੀਰਿਕ ਤੌਰ ਤੇ ਮਰੇਗਾ, ਰੂਹਾਨੀ ਤੌਰ ਤੇ ਨਰਕਾਂ 'ਚ ਨਹੀਂ ਜਾਵੇਗਾ। ਤਾਂ ਹੀ ਹਰ ਉਹ ਇਨਸਾਨ ਜਿਹੜਾ ਪ੍ਰਭੂ ਯਿਸੂ ਨੂੰ ਆਪਣਾ ਦਿਲ ਖੋਲ ਕੇ ਸਵੀਕਾਰ ਕਰ ਲੈਂਦਾ ਆ, ਉਹ 1 ਵਾਰ ਨਹੀਂ 2 ਵਾਰ ਜਨਮ ਲੈ ਚੁੱਕਿਆ। ਸਰੀਰਿਕ ਤੌਰ ਤੇ ਜਨਮ ਲੈ ਚੁੱਕਿਆ, ਰੂਹਾਨੀ ਤੌਰ ਤੇ ਜਨਮ ਲੈ ਚੁੱਕਿਆ। ਤੇ ਉਹਨਾਂ ਅਖੀਰ 'ਚ ਜਾ ਕੇ ਉਹ ਸਿਰਫ ਸਰੀਰਿਕ ਤੌਰ ਤੇ ਮਰੇਗਾ, ਲੇਕਿਨ ਰੂਹਾਨੀ ਤੌਰ ਤੇ ਹਮੇਸ਼ਾ ਦੇ ਲਈ ਪ੍ਰਭੂ ਦੇ ਨਾਲ ਰਹੇਗਾ। ਸੋ ਪ੍ਰਭੂ ਦੇ ਭਣੋ, ਪਰਮੇਸ਼ਰ ਤੁਹਾਨੂੰ ਬਲ ਦੇਵੇ, ਪਰਮੇਸ਼ਰ ਤੁਹਾਡੇ ਨਾਲ ਹੋਵੇ। ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਨਾ ਡਰ, ਨਾ ਘਬਰਾ, ਕਿਉਂਕਿ ਪ੍ਰਭੂ ਨੇ ਕਿਹਾ ਮੈਂ ਤੇਰੇ ਨਾਲ ਹਾਂ। ਤੇ ਜਿਹੜਾ ਤੇਰੇ ਨਾਲ ਆ ਨਾ, ਉਹਦੇ ਸਾਹਮਣੇ ਨਰਕਾਂ ਦੇ ਦਰਵਾਜ਼ੇ ਵੀ ਖੁੱਲੇ ਨਹੀਂ ਰਹਿ ਸਕਦੇ।
ਜਿਹੜਾ ਤੇਰੇ ਨਾਲ ਆ ਨਾ ਉਹਦੇ ਸਾਹਮਣੇ ਸਵਰਗ ਵੀ ਖੁੱਲ ਜਾਂਦੇ ਨੇ, ਦਰਵਾਜ਼ੇ ਵੀ ਖੁੱਲ ਜਾਂਦੇ ਨੇ, ਖਿੜਕੀਆਂ ਵੀ ਖੁੱਲ ਜਾਂਦੇ ਨੇ, ਮੌਤ ਵੀ ਭੱਜ ਜਾਂਦੀ ਆ। ਇੱਕ ਦਿਨ ਆਵੇਗਾ ਕਿ ਸਵਰਗ ਧਰਤੀ ਦੇ ਥੱਲੇ ਹਰ ਜੀ ਉਹਦੇ ਸਾਹਮਣੇ ਘੁਟਨੇ ਟਿਕਣਗੇ ਤੇ ਉਹਨੂੰ ਕਹਿਣਗੇ ਤੂੰ ਹੀ ਰਾਜਾ ਦਾ ਰਾਜਾ ਆ, ਤੂੰ ਹੀ ਪ੍ਰਭੂਆਂ ਦਾ ਪ੍ਰਭੂ ਆ, ਤੂੰ ਹੀ ਸੱਚਾ ਪਰਮੇਸ਼ਰ ਆ, ਤੂੰ ਹੀ ਪਰਮਾਤਮਾ ਆ। ਅੰਤ ਤੱਕ ਫੇਥਫੁਲ ਰਹਿ ਤੇ ਉਹ ਤੈਨੂੰ ਆਸ਼ੀਰਵਾਦ ਦੇਵੇਗਾ, ਰਿਵਾਰਡ ਦੇਵੇਗਾ। ਆਮੀਨ। ਜੈ ਮਸੀਹ ਦੀ ਸਾਰਿਆਂ ਨੂੰ ਪ੍ਰਭੂ ਤੁਹਾਨੂੰ ਬਰਕਤ ਦੇਵੇ। ਆਮੀਨ।